ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲ। ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਰਬ ਕੇ ਆਗਰ ਦਿਲਬਰਾ ਜੈਸੇ, ਮਨ ਸਰੂਪ ਸੁਖਮ ਲਖ ਤੈਸੇ। ਇੰਦਰੀ ਗਿਆਨ ਉਪਾਵਨ ਹਾਰੋ, ਮਨ ਤੇ ਬਿਨਾ ਨਾ ਅਪਰ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰਾਂਗੇ। ਭਾਈ ਸਾਹਿਬ ਅੱਜ ਦੀ ਕਥਾ ਵਿੱਚ ਦੱਸ ਰਹੇ ਹਨ ਕਿ ਮਨ ਦਾ ਕੀ ਸਰੂਪ ਹੈ, ਮਨ ਦਾ ਕਿਆ ਆਕਾਰ ਹੈ, ਮਨ ਦਾ ਕੀ ਸਰੂਪ ਹੈ। ਇਹ ਜਿਹੜੀ ਸਾਰੀ ਸ੍ਰਿਸ਼ਟੀ ਜਾਂ ਸਾਡਾ ਸਰੀਰ ਜਾਂ ਸਰੀਰ ਦਾ ਕੱਲਾ ਕੱਲਾ ਅੰਗ ਜਿਹੜਾ ਇਹਨਾਂ ਨੂੰ ਬਣਾਉਣ ਵਾਲਾ ਮਨ ਹੈ, ਜਿਹੋ ਜਿਹਾ ਇਹਦੇ ਅੰਦਰ ਫੁਰਨਾ ਬਣਦਾ ਸਾਡਾ ਸਰੀਰ ਉਹੋ ਜਿਹਾ ਕਿਵੇਂ ਬਣ ਜਾਂਦਾ ਹੈ, ਇਹ ਆਪਾਂ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਰਬ ਕੀ ਅਗਰ ਦਿਲਬਰਾ ਜੈਸੀ, ਮਨ ਸਰੂਪ ਸੁਖਮ ਲਖ ਤੈਸੀ। ਹੁਣ ਮਨ ਦਾ ਸਰੂਪ ਭਾਈ ਸਾਹਿਬ ਜੀ ਦੱਸਣਾ ਕਰਦੇ ਹਨ ਜਿਵੇਂ ਸੂਰਜ ਦੇ ਅੱਗੇ ਤਿਰਮਰਾ ਹੁੰਦਾ, ਭਾਵ ਕਿਰਨਾਂ ਦਾ ਪ੍ਰਕਾਸ਼ ਹੁੰਦਾ, ਕਿਤਨਾ ਬਰੀਕ ਹੁੰਦਾ। ਮਨ ਇੰਨਾ ਬਰੀਕ ਵੀ ਹੈ। ਤੇ ਇਹੀ ਮਨ ਕਬੀਰ ਸਾਹਿਬ ਜੀ ਦੇ ਮੁਤਾਬਕ ਕਹਿੰਦੇ ਹਾਥੀ ਵੀ ਬਣਿਆ ਫਿਰਦਾ। ਕਬੀਰ ਮਨ ਤੋਂ ਮੈਗਲ ਭਇਆ, ਨਿਕਸਿਆ ਕਿਉਂ ਕਰ ਜਾਏ। ਇਹ ਮਨ ਹਾਥੀ ਦੀ ਤਰ੍ਹਾਂ ਹੰਕਾਰੀ ਹੋ ਕੇ ਆਪਣੇ ਆਪ ਨੂੰ ਬਹੁਤ ਵੱਡਾ ਵੀ ਸਮਝਣ ਲੱਗ ਜਾਂਦਾ। ਪਰ ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾ। ਮੁਕਤੀ ਦਾ ਦੁਆਰਾ ਇੰਨਾ ਭੀੜਾ ਹੈ, ਇੰਨਾ ਸੰਕੁੜਾ ਹੈ। ਕਬੀਰ ਮੁਕਤ ਦੁਆਰਾ ਸੰਕੁੜਾ, ਸੰਕੁੜਾ ਹੁੰਦਾ ਭੀੜਾ। ਇਹ ਸੰਕੁੜਾ ਸ਼ਬਦ ਜਾਂ ਸੰਕੁੜਾ ਬਾਗੜ ਦਾ, ਰਾਜਸਥਾਨ ਦਾ, ਹਰਿਆਣੇ ਦਾ ਸ਼ਬਦ ਹੈ। ਇੰਨਾ ਭੀੜਾ ਹੈ ਮੁਕਤੀ ਦਾ ਦੁਆਰ ਜਿੱਥੋਂ ਆਪਾਂ ਲੰਘਣਾ ਹੈ।
ਤੇ ਉਹਦੇ ਵਿੱਚੋਂ ਲੰਘਣ ਦੇ ਵਾਸਤੇ ਸਾਨੂੰ ਓਨਾ ਬਰੀਕ ਹੋਣਾ ਪੈਣਾ। ਪਰ ਹੋਈਏ ਕਿਵੇਂ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਡਾ ਮਨ ਜਿਹੜਾ ਨਾ ਚੂਹੇ ਦੀ ਨਿਆਈ ਆਪਣੀ ਪੂਛ ਦੇ ਨਾਲ ਛੱਜ ਬੰਨੀ ਫਿਰਦਾ। ਹੁਣ ਚੂਹੇ ਦੀ ਖੱਡ ਕਿੱਡੀ ਕਾ, ਤੇ ਉਹਦੀ ਪੂਛ ਦੇ ਨਾਲ ਜੇ ਛੱਜ ਬੰਨਿਆ ਹੋਵੇ ਤੇ ਫਿਰ ਤੁਸੀਂ ਦੱਸੋ ਵੀ ਜਾਂ ਤਾਂ ਉਹ ਚੂਹਾ ਖੱਡ 'ਚ ਵੜ ਨਹੀਂ ਸਕਦਾ ਤੇ ਜਾਂ ਫਿਰ ਪੂਛ ਤੜਾਉਣੀ ਪੈਣੀ ਆ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਮਨੁੱਖ ਨੇ ਸੁਰਤ ਦੀ ਪੂਛ ਨਾਲ ਸੰਸਾਰ ਨੂੰ ਬੰਨਿਆ ਹੋਇਆ। ਸਾਡੇ ਮਨ ਨੇ ਸੁਰਤ ਦੇ ਨਾਲ ਸਾਰੇ ਸੰਸਾਰ ਨੂੰ ਜੋੜਿਆ ਹੋਇਆ। ਇਸੇ ਕਰਕੇ ਇਹ 'ਚੋਂ ਨਿਕਲਣਾ ਮੁਸ਼ਕਿਲ ਹੋ ਗਿਆ, ਕਿਉਂਕਿ ਛੱਡਣ ਨੂੰ ਤਿਆਰ ਨਹੀਂ ਤੇ ਉਧਰ ਪ੍ਰਵੇਸ਼ ਹੋ ਨਹੀਂ ਸਕਦਾ। ਉਧਰ ਜਾ ਸਕਦਾ ਇਕੱਲਾ ਨਿਰੋਲ। ਮੁਕਤ ਦੁਆਰਾ ਸੰਕੁਰਾ ਰਾਈ ਦਸਮੈ ਭਾਏ। ਰਾਈ ਦੇ ਦਾਣੇ ਦੇ 10 ਹਿੱਸੇ ਕਰ ਦਿਓ, ਇੰਨਾ ਬਰੀਕ ਮੁਕਤੀ ਦਾ ਦੁਆਰਾ ਹੈ। ਮਨ ਤੋਂ ਮੈਗਲ ਹੋਏ ਰਹਾ ਨਿਕਸਾ ਕਿਉਂ ਕਹਿ ਜਾਏ। ਹੁਣ ਫਿਰ ਕੀ ਕਰੀਏ? ਫਿਰ ਇਸ ਨੂੰ ਹੁਣ ਆਪਾਂ ਬਰੀਕ ਕਰਨਾ, ਤੇ ਬਰੀਕ ਕਰਨ ਦੇ ਬਾਰੇ ਆਪਾਂ ਨੂੰ ਨਹੀਂ ਪਤਾ ਕਿਵੇਂ ਕਰਨਾ ਹੈ। ਗੁਰੂ ਦੱਸਦਾ ਹੈ। ਸਤਿਗੁਰੂ ਕਬੀਰ ਸਾਹਿਬ ਭਗਤ ਜੀ ਕਹਿਣ ਲੱਗੇ, ਐਸਾ ਸਤਿਗੁਰ ਜੇ ਮਿਲੇ ਤਰੁੱਠਾ। ਗੁਰੂ ਹਮੇਸ਼ਾ ਉਦੋਂ ਸਾਡੇ 'ਤੇ ਕੰਮ ਕਰਦਾ ਜਦੋਂ ਸਾਡੇ 'ਤੇ ਖੁਸ਼ ਹੋ ਜਾਂਦਾ। ਤਰੁੱਠ ਦਾ ਮਤਲਬ ਖੁਸ਼ ਹੋ ਜਾਣਾ। ਐਸਾ ਸਤਿਗੁਰ ਜੇ ਮਿਲੇ ਤਰੁੱਠਾ ਕਰੈ ਪਸਾਓ। ਜਦੋਂ ਫਿਰ ਤਰੁੱਠ ਕੇ ਖੁਸ਼ੀ ਹੋ ਆ ਕੇ ਕਿਰਪਾ ਕਰਦਾ। ਮੁਕਤ ਦੁਆਰਾ ਮੋਕਲਾ ਸਹਿਜੀ ਆਵੋ ਜਾ। ਜਿਵੇਂ ਤੁਸੀਂ ਕਾਗਜ਼ ਦੇ ਵਿੱਚ ਸੂਈ ਦੇ ਨਾਲ ਮੋਰੀ ਕਰ ਦਿਓ, ਸੂਈ ਦੇ ਮੂਹਰਲੇ ਮੂੰਹ ਨਾਲ ਕਿੰਨੀ ਕੁ ਹੋਊਗੀ, ਉਹਨੂੰ ਬਲਬ ਦੇ ਸਾਹਮਣੇ ਕਰੋ ਤੇ ਉਹਦੇ ਵਿੱਚ ਦੀ ਲਾਈਟ ਲੰਘ ਜਾਊਗੀ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਕਿੰਨੀ ਬਰੀਕ ਆ ਉਹ। ਸਾਡਾ ਮਨ ਵੀ ਇਸੇ ਤਰ੍ਹਾਂ ਸੂਰਜ ਦੀਆਂ ਕਿਰਨਾਂ ਦੀ ਨਿਆਈ ਬਰੀਕ ਵੀ ਆ, ਪਰ ਇਹ ਬਾਡੀ ਨਾਲ ਜੁੜ ਕੇ ਸੰਸਾਰ ਨਾਲ ਜੁੜ ਕੇ ਕੋਠੀਆਂ ਕਾਰਾਂ ਗੱਡੀਆਂ ਮੋਟਰਾਂ ਧੀਆਂ ਪੁੱਤਰਾਂ ਦੇ ਨਾਲ ਜੁੜਨ ਕਰਕੇ ਉਹ ਸਾਰਾ ਸਮਾਨ ਛੱਜ ਪਿੱਛੇ ਬੰਨੀ ਫਿਰਦਾ। ਚੂਹਾ ਖੱਡ ਨਾ ਮਾਵੇ, ਬਾਣੀ ਦਾ ਬਚਨ ਹੈ, ਚੂਹਾ ਖੱਡ ਨਾ ਮਾਵੀ ਤਿੱਕਲ ਬੰਨੈ ਛੱਜ। ਤਾਂ ਇਹ ਸਾਡੀ ਸੁਰਤ ਦੀ ਗੱਲ ਹੈ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਭਾਈ ਸਾਹਿਬ ਜੀ ਦੱਸ ਰਹੇ ਹਨ ਕਿ ਸਾਡੇ ਮਨ ਦਾ ਸਰੂਪ ਕੀ ਹੈ। ਇੰਨਾ ਸੂਖਮ ਵੀ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਹਨ। ਰਬ ਕੀ ਅਗਰ ਤਿਰਵਰਾ ਜੈਸੀ ਮਨ ਸਰੂਪ ਸੂਖਮ ਲਖ ਤੈਸੀ। ਹਾਂ, ਇੰਨਾ ਸਰੂਪ ਨੇ ਸੂਖਮ ਹੋਣਾ ਸੀ ਮਨ ਨੇ। ਸ਼ੁਰੂਆਤ ਇਹਦੀ ਏਡੀ ਕੋ ਸੀਗੀ। ਸ਼ੁਰੂਆਤ 'ਚ ਇੰਨਾ ਕੀ ਸੀਗਾ, ਇੰਨਾ ਸੂਖਮ ਸੀਗਾ। ਇੰਦਰ ਗਿਆਨ ਪਾਵਨ ਹਾਰੋ ਮਨ ਤੇ ਬਿਨਾ ਨਾ ਅਪਰ ਵਿਚਾਰੋ। ਇਸ ਮਨ ਨੇ ਹੀ ਸਾਰੇ ਇੰਦਰੀਆਂ ਨੂੰ ਪੈਦਾ ਕੀਤਾ। ਇਸ ਮਨ ਨੇ ਹੀ ਇੰਦਰੀਆਂ ਦੇ ਵਿੱਚੋਂ ਗਿਆਨ ਪੈਦਾ ਕੀਤਾ। ਔਰ ਮਨ ਤੋਂ ਬਗੈਰ ਹੋਰ ਕੋਈ ਵੀ ਨਹੀਂ ਹੈ। ਤੁਸੀਂ ਮਨ ਕਰਕੇ ਹੀ ਸਾਰਾ ਕੁਝ ਪ੍ਰਗਟ ਕਰ ਲਿਆ। ਤੁਹਾਡੇ ਮਨ ਦੀ ਸਲਾਹ ਹੋਈ, ਤੁਹਾਡੀ ਸ਼ਾਦੀ ਹੋਈ। ਤੁਹਾਡੀ ਮਨ ਦੀ ਸਲਾਹ ਹੋਈ, ਤੁਹਾਡੇ ਬੱਚੇ ਪੈਦਾ ਹੋ ਗਏ। ਤੁਹਾਡੇ ਮਨ ਦੀ ਸਲਾਹ ਹੋਈ, ਬੱਚਿਆਂ ਵਾਸਤੇ ਘਰ ਬਣਾ ਦਿੱਤਾ। ਤੁਹਾਡੇ ਮਨ ਦੀ ਸਲਾਹ ਹੋਈ, ਬੱਚਿਆਂ ਨੂੰ ਪੜ੍ਹਾਉਣਾ ਹੈ। ਤੁਹਾਡੇ ਮਨ ਦੀ ਸਲਾਹ ਹੋਈ, ਸਾਰੇ ਕੰਮ ਮਨ ਤਾਂ ਕਰਦਾ। ਇਹ ਅਸ਼ਟਾਵਕਰ ਨੇ ਰਾਜੇ ਜਨਕ ਦੇ ਕੋਲੋਂ ਮਨ ਲੈ ਕੇ ਸਾਰਾ ਕੁਝ ਹੀ ਤਾਂ ਉਹ ਤੋਂ ਲੈ ਨਹੀਂ ਲਿਆ। ਕੋਈ ਸਤਿਨਾਮ, ਭਾਵੇਂ ਕਿ ਬਾਅਦ 'ਚ ਮੋੜਤਾ, ਪਰ ਮਨ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ। ਜੇ ਗੁਰੂ ਸਾਹਿਬ ਮਨ ਨੂੰ ਫੜਦੇ ਆ, ਕਹਿੰਦੇ ਸਿੱਖਾ ਤੋਂ ਮਨ ਦੇ ਦੇ ਬਸ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਫਿਰ ਗੁਰੂ ਮਨ ਨੂੰ ਬਰੀਕ ਕਰਦਾ। ਖੈਰ ਆਪਾਂ ਅੱਗੇ ਚੱਲਦੇ ਹਾਂ। ਭਾਈ ਸਾਹਿਬ ਜੀ ਕਹਿੰਦੇ ਇਹ ਮਨ ਹੀ ਮਾਤਾ ਦੇ ਅੰਦਰ ਹਿਰਦੇ ਦੇ ਵਿੱਚ, ਪੇਟ ਦੇ ਵਿੱਚ, ਗਰਭ ਦੇ ਵਿੱਚ ਜਿਹੜੀ ਬੱਚੇ ਦੀ ਪੈਦਾਇਸ਼ ਹੁੰਦੀ ਹੈ ਨਾ, ਉਹਦੇ ਵਿੱਚ ਜੋਤ ਤਾਂ ਪਰਮੇਸ਼ਰ ਭੇਜਦਾ, ਪਰ ਜਿਹੜੀ ਉਸ ਸਰੀਰ ਦੀ ਬਣਤਰ ਹੁੰਦੀ ਹੈ ਨਾ, ਉਹਦੇ ਵਿੱਚ ਮਾਂ ਦਾ ਮਨ ਵੀ ਕੰਮ ਕਰਦਾ। ਕੋਈ ਸਤਿਨਾਮ, ਮਾਂ ਦੀ ਸੋਚ ਵੀ ਕੰਮ ਕਰਦੀ ਹੈ ਉਹਦੇ ਵਿੱਚ। ਤੇ ਮਾਂ ਦੀ ਸੋਚ, ਮਾਂ ਦੇ ਮਨ ਨੇ ਆਪਣੇ ਪਤੀ ਦਾ ਸਰੂਪ ਦੇਖਿਆ ਹੈ। ਮਾਂ ਦੇ ਦਿਮਾਗ ਵਿੱਚ ਆਪਣੇ ਪਤੀ ਦਾ ਸਰੂਪ ਹੈ। ਤਾਂ ਕਮਾਲ ਦੀ ਗੱਲ ਹੈ ਕਿ ਬੱਚੇ ਦੇ ਚੇਨ ਚੱਕਰ ਨਕਸ਼ੇ ਜਿਹੜੇ ਉਹਦੇ ਪਿਓ 'ਤੇ ਚਲੇ ਜਾਂਦੇ ਆ। ਕੋਈ ਸਤਿਨਾਮ। ਇਹ ਸਾਇੰਟੀਫਿਕ ਰਿਸ਼ੀਆਂ ਮੁਨੀਆਂ ਨੇ, ਬ੍ਰਹਮ ਗਿਆਨੀਆਂ ਨੇ ਨਿਚੋੜ ਕੱਢੇ ਆ ਕਿ ਜਿਸ ਵੇਲੇ ਬੱਚੇ ਦੇ ਹੋਣ ਤੋਂ ਪਹਿਲਾਂ, ਜਦੋਂ ਮਾਂ ਦੇ ਉਦਰ ਵਿੱਚ ਹੈ, ਉਹਦੇ ਬੱਚੇ ਦੇ ਹੋਣ ਦੀ ਸੰਭਾਵਨਾ ਸ਼ੁਰੂਆਤ ਹੋ ਗਈ ਨਾ, ਉਦੋਂ ਮਾਂ
ਚੰਗੇ ਖਿਆਲ ਬਣਾ ਲਵੇ, ਬਾਣੀ ਪੜ੍ਹ ਲਵੇ, ਚੰਗੀਆਂ ਚੀਜ਼ਾਂ ਦੇਖੇ। ਜੇ ਤਸਵੀਰਾਂ ਵੀ ਘਰ ਵਿੱਚ ਲਾਉਣੀਆਂ ਨਾ ਤਾਂ ਉਹ ਤਸਵੀਰਾਂ ਵੀ ਮਹਾਂਪੁਰਸ਼ਾਂ ਦੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ, ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਂਪੁਰਸ਼, ਇਹੋ ਜਿਹੇ ਸੋਹਣੇ ਸੋਹਣੇ ਸਰੂਪਾਂ ਨੂੰ ਦੇਖੇ। ਕਿਉਂਕਿ ਸਾਡੇ ਮਨ ਦੇ ਰਾਹੀਂ ਮਾਂ ਦੇ ਅੰਦਰ ਉਸ ਬੱਚੇ ਦੀ ਬਣਤਰ ਉਹੋ ਜਿਹੀ ਬਣ ਜਾਣੀ ਆ। ਕਹੋ ਸਤਿਨਾਮ। ਜੈਸਾ ਅੰਨ ਵੈਸਾ ਮਨ। ਹੋਰ ਬੈਗ ਚਲੇ ਗਏ ਭਾਈ ਸਾਹਿਬ ਜੀ, ਕਹਿੰਦੇ ਜਿਹੋ ਜਿਹਾ ਬੰਦਾ ਅੰਨ ਖਾਂਦਾ ਮਨ ਵੀ ਉਹੋ ਜਿਹਾ ਬਣ ਜਾਂਦਾ ਅੱਗੇ ਚੱਲ ਕੇ। ਜੈਸਾ ਵੇਖਿਆ ਤੈਸਾ ਵੇਖ। ਜਿਹੋ ਜਿਹਾ ਤੁਸੀਂ ਬਾਹਰ ਦੇਖੋਗੇ ਤੁਹਾਡੇ ਅੰਦਰ ਉਹੋ ਜਿਹੀਆਂ ਤਸਵੀਰਾਂ ਬਣਦੀਆਂ ਜਾਣਗੀਆਂ। ਤੋ ਬੱਚੇ ਦਾ ਸਰੂਪ ਜਨਨੀ ਜਣੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ। ਹੁਣ ਜਨਨੀ ਨੂੰ ਕਿਵੇਂ ਜੰਮੇ? ਕਹਿੰਦੇ ਜੇ ਜਨਨੀ ਬੱਚੇ ਨੂੰ ਜਨਮ ਦੇ ਰਹੀ ਹੈ ਤੇ ਉਹ ਦਾਤਾ ਬਣਾਵੇ ਜਾਂ ਸੂਰਮਾ ਬਣਾਵੇ ਜਾਂ ਭਗਤ ਬਣਾਵੇ, ਤੇ ਬਣਾਉ ਕਿਵੇਂ? ਤੇ ਜੇ ਉਹ ਅੱਜ ਕੱਲ੍ਹ ਕਲਯੁੱਗ ਦੇ ਮੁਤਾਬਕ ਉਸ ਸਮੇਂ ਹੋਰ ਤਾਂ ਕੰਮ ਕੋਈ ਹੁੰਦਾ ਨਹੀਂ, ਵਿਹਲੀ ਹੁੰਦੀ ਹੈ। ਜੇ ਫਿਲਮਾਂ ਦੇਖੀ ਗਈ, ਪਿਸਤੌਲ ਚੱਲਦੇ, ਬੰਦੂਕਾਂ ਚੱਲਦੀਆਂ ਵੇਖੀ ਗਈ ਤੇ ਬੱਚੇ ਦੇ ਦਿਮਾਗ ਵਿੱਚ ਉਹ ਚੀਜ਼ਾਂ ਭਰਨ ਗਈਆਂ 100%। ਕਹੋ ਸਤਿਨਾਮ। ਤੇ ਜੇ ਉਸ ਵੇਲੇ ਅਸੀਂ ਬਾਣੀ ਪੜ੍ਹਦੇ ਹਾਂ, ਸੁਖਮਨੀ ਸਾਹਿਬ, ਜਪਜੀ ਸਾਹਿਬ, ਹੋਰ ਬਾਣੀਆਂ, ਜਾਂ ਗੁਰੂ ਪਿਆਰਿਓ ਸਾਡੇ ਘਰ ਦੇ ਵਿੱਚ ਤਸਵੀਰਾਂ ਲੱਗੀਆਂ, ਉਹ ਵੀ ਮਹਾਂਪੁਰਸ਼ਾਂ ਦੀਆਂ, ਨਾਮ ਜਪਣ ਵਾਲਿਆਂ ਦੀਆਂ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਇਹਨਾਂ ਚੀਜ਼ਾਂ ਦਾ ਅੱਖ ਦੇ ਰਾਹੀਂ ਉਹ ਬੱਚੇ 'ਤੇ ਪੈਂਦਾ। ਇਹ ਡਾਕਟਰਾਂ ਨੇ ਵੀ ਕਲੀਅਰ ਕੀਤਾ ਹੈ। ਕਹੋ ਸਤਿਨਾਮ। ਤੋ ਜਿਹੜੇ ਸਾਡੇ ਅੰਗ ਬਣਾਏ ਆ ਇਹ ਮਨ ਦੀ ਸੋਚ ਨੇ ਹੀ ਬਣਾਈ ਹੈ ਸਾਰੇ। ਕੰਨ ਬਣਾਏ, ਅੱਖ ਬਣਾਈ, ਨੱਕ ਬਣਾਇਆ, ਇਹ ਸਭ ਸਾਡਾ ਮਨ, ਜੋ ਮਾਂ ਦਾ ਮਨ ਹੈ ਉਸ ਨੇ ਤਿਆਰ ਕੀਤਾ ਸਰੀਰ। ਭਾਵੇਂ ਕਿ ਇਹ ਸਾਰੀ ਚੀਜ਼ ਪਰਮੇਸ਼ਰ ਨੇ ਤਿਆਰ ਕੀਤੀ ਆ, ਪਰ ਇਹਦੇ ਵਿੱਚ ਮਾਂ ਦੀ ਮਨ ਦਾ ਵੀ ਰੋਲ ਹੈ। ਇਸ ਕਰਕੇ ਇੰਦਰੇ ਗਿਆਨ ਉਪਾਵਨ ਹਾਰੋ, ਮਨ ਕੇ ਬਿਨਾ ਨਾ ਅਪਰ ਵਿਚਾਰੋ। ਇਹ ਸਾਰੀ ਖੇਡ ਮਨ ਦੀ ਹੈ। ਤੁਝ ਕੇ ਸੰਗ ਸਪਰਸ਼ ਹੋਇ ਮਨ, ਪੰਚੋ ਗਿਆਨ ਉਪਾਵਨ ਤਤ ਛਿਨ। ਜਦੋਂ ਸਾਡਾ ਮਨ ਖੱਲੜੀ ਨਾਲ ਸਪਰਸ਼ ਕਰਦਾ ਹੈ ਉਸੇ ਵੇਲੇ ਪੰਜੇ ਇੰਦਰੀਆਂ ਦੇ ਵਿੱਚ ਗਿਆਨ ਪੈਦਾ ਹੋ ਜਾਂਦਾ। ਜੇ ਬੱਚੇ ਦਾ ਮਨ ਪੜ੍ਹਾਈ 'ਚ ਲੱਗੂਗਾ ਨਾ ਤਾਂ ਗਿਆਨ ਪੈਦਾ ਹੋਊਗਾ ਨਾ। ਤੇ ਜੇ ਸਕੂਲ 'ਚ ਮਨ ਨਾ ਲੱਗਿਆ ਫਿਰ ਮਾਸਟਰ ਜਿੰਨਾ ਮਰਜ਼ੀ ਉੱਚੀ ਬੋਲੀ ਜਾਵੇ, ਕੋਈ ਉਹਨੂੰ ਸਮਝ ਨਹੀਂ ਆਉਂਦੀ, ਉਹਦੇ ਦਿਮਾਗ 'ਚ ਕੋਈ ਗਿਆਨ ਪੈਦਾ ਨਹੀਂ ਹੋਣਾ। ਭਾਵ ਮਨ ਦਾ ਜਿਹੜਾ ਹੈ ਸੰਬੰਧ ਤੋਚਾ ਭਾਵ ਸਪਰਸ਼ ਕੰਨ ਦੇ ਨਾਲ ਹੋਵੇਗਾ। ਜੇ ਸਾਡਾ ਮਨ ਕੰਨ ਵਿੱਚ ਬੈਠ ਕੇ ਸੁਣੇਗਾ, ਜਿਵੇਂ ਤੁਸੀਂ ਹੁਣ ਸੁਣ ਰਹੇ ਹੋ, ਤੁਹਾਡਾ ਮਨ ਤੁਹਾਡੇ ਕੰਨ ਵਿੱਚ ਵੀ ਬੈਠਾ ਅਤੇ ਤੁਹਾਡੇ ਅੱਖ ਵਿੱਚ ਬੈਠਾ, ਇੱਧਰ ਦੇਖ ਵੀ ਰਿਹਾ। ਜੇ ਤੁਸੀਂ ਸੁਣ ਤਾਂ ਰਹੇ ਹੋ ਪਰ ਦੇਖਣ ਲੱਗ ਜਾਓ ਗੇਟ ਵਿੱਚ ਦੀ ਬਾਹਰ, ਤੇ ਤੁਹਾਡੇ ਪੱਲੇ ਅੱਧਾ ਪਊਗਾ। ਕਹੋ ਸਤਿਨਾਮ। ਕਿਉਂਕਿ ਸਾਡੀ ਅੱਖ ਨੂੰ ਵੀ ਜਿਹੜਾ ਹੈ ਕੋਈ ਤਸਵੀਰ ਖਿੱਚਦੀ ਆ, ਤਾਂ ਇਸ ਕਰਕੇ ਕਿਉਂਕਿ ਮਨ ਸਾਡਾ ਅੱਖ ਦੇ ਵਿੱਚ ਹੈ। ਕਿਉਂ ਕਿਸੇ ਟੈਲੀਵਿਜ਼ਨ ਨੂੰ ਵੇਖਦੇ ਹਾਂ, ਮੋਬਾਈਲ ਨੂੰ ਦੇਖਦੇ ਹਾਂ, ਅੱਧੀ ਰਾਤ ਤੱਕ ਨੀਂਦ ਨਹੀਂ ਆਉਂਦੀ, ਕਿਉਂਕਿ ਉਹਦੀਆਂ ਫੋਟੋਆਂ ਨੇ ਸਾਡੇ ਮਨ ਨੂੰ ਖਿੱਚ ਰੱਖਿਆ। ਕਹੋ ਸਤਿਨਾਮ। ਇਹ ਅੰਦਰ ਜਾਊਗਾ ਤਾਂ ਨੀਂਦ ਆਊਗੀ ਨਾ, ਅੰਦਰ ਜਾਣ ਹੀ ਦਿੰਦੀਆਂ ਉਹ। ਤੇ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਨ ਬਹਿ ਜਾਈਏ, ਰਹਿ ਰਸ ਕਰਨ ਬਹਿ ਜਾਈਏ, ਫਿਰ ਇਹਦਾ ਚਿੱਤ ਨਹੀਂ ਹੈਗਾ ਪੜ੍ਹਨ ਸੁਣਨ ਤੇ, ਤਾਂ ਇਹਨੂੰ ਨੀਂਦ ਚੜ੍ਹ ਜਾਂਦੀ ਆ। ਕਹੋ ਸਤਿਨਾਮ। ਜੇ ਮਨ ਦੀ ਖਿੱਚ ਗੁਰਬਾਣੀ ਨਾਲ ਹੋਊਗੀ ਫਿਰ ਨਹੀਂ ਨੀਂਦ ਆਊਗੀ, ਫਿਰ ਉਧਰ ਨੂੰ ਲੱਗੂਗਾ। ਇਸੇ ਕਰਕੇ ਤਸਵੀਰਾਂ ਜਿਹੜੀਆਂ ਹਨ ਉਹ ਬਹੁਤ ਆਪਣਾ ਰੋਲ ਨਿਭਾਉਂਦੀਆਂ ਮਨ ਦੇ ਉੱਤੇ। ਮਨ ਉਹਨਾਂ ਤਸਵੀਰਾਂ ਨੂੰ ਦੇਖ ਕੇ ਉੱਥੇ ਲੁਭਾਏਮਾਨ ਹੋ ਜਾਂਦਾ ਹੈ। ਜਦੋਂ ਇਹ ਮਨ ਤੁਚਾ ਦੇ ਨਾਲ ਸਪਰਸ਼ ਕਰਦਾ, ਨਾਸਕਾ ਨਾਲ ਸਪਰਸ਼ ਕਰਦਾ ਹੈ, ਤੇ ਖੁਸ਼ਬੂ ਨੂੰ ਗ੍ਰਹਿਣ ਕਰਕੇ ਦੱਸੂਗਾ। ਭਾਵ ਜਿੰਨਾ ਚਿਰ ਤੁਹਾਡਾ ਫੁੱਲ ਦੇ ਵੱਲ ਧਿਆਨ ਨਹੀਂ ਗਿਆ, ਤੁਹਾਨੂੰ ਉਹਦੀ ਖੁਸ਼ਬੂ ਨਹੀਂ ਗ੍ਰਹਿਣ ਹੋਣੀ। ਤਾਂ ਮਤਲਬ ਭਾਈ ਸਾਹਿਬ ਜੀ ਕਹਿੰਦੇ ਸਾਡਾ ਮਨ ਜਦੋਂ ਇਹ ਸਰੀਰ ਦੀਆਂ ਬਾਡੀ ਦੇ ਨਾਲ, ਚਾਹੇ ਉਹ ਤੁਚਾ ਨਾਸਕਾ ਦੀ ਹੈ, ਹੁਣ ਮਾਸ ਤਾਂ ਇੱਕੋ ਜਿਹਾ ਹੀ ਹੈ, ਪਰ ਕੰਮ ਸਾਰਿਆਂ ਦੀ ਅੱਡੋ ਅੱਡ ਹੈ। ਪਰਮੇਸ਼ਰ ਨੇ ਕੈਸੀ ਰਚਨਾ ਰਚੀ ਆ। ਕਹੋ ਸਤਿਨਾਮ। ਕੰਨ ਦਾ ਕੰਮ ਸੁਣਨਾ ਹੈ, ਕੰਨ ਬੋਲੇ ਹੋਣ ਤੇ ਬਾਕੀ ਦਾ ਮਾਸ ਸੁਣ ਕੇ ਦੱਸਦਾ ਨਹੀਂ। ਕਹੋ ਸਤਿਨਾਮ। ਅੱਖਾਂ ਦਾ ਕੰਮ ਦੇਖਣਾ ਹੈ, ਅੱਖਾਂ ਅੰਨੀਆਂ ਹੋ ਜਾਣ, ਨਾ ਦਿਸੇ ਅੱਖਾਂ ਨਾਲ, ਅੱਖਾਂ ਬੰਦ ਕਰ ਲਈਏ ਤੇ ਬਾਕੀ ਦੀ ਜਿਹੜੀ ਬਾਡੀ ਉਹ ਦੱਸਦੀ ਨਹੀਂ ਦੇਖ ਕੇ। ਨਾਸਕਾ ਦਾ ਕੰਮ ਸੁੰਘਣਾ ਹੈ ਤੇ ਸੁੰਘਣ ਦਾ ਕੰਮ ਨਾਸਕਾ ਹੀ ਕਰੂ, ਕੰਨ ਨਹੀਂ ਕਰਦਾ। ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਮਾਸ ਭਾਵੇਂ ਇੱਕੋ ਹੀ ਆ, ਤੋਚਾ ਕਹਿੰਦੇ ਆ ਮਾਸ ਨੂੰ, ਸਰੀਰ ਨੂੰ,
ਪਰ ਇਹ ਉਦੋਂ ਹੀ ਗਿਆਨ ਪੈਦਾ ਕਰਦੀ ਹੈ ਆਪਣੇ ਅੰਦਰ ਜਦੋਂ ਮਨ ਦਾ ਇਹਦੇ ਨਾਲ ਕਨੈਕਟ ਹੁੰਦਾ ਹੈ। ਸੁਖਪਤ ਮੈਂ ਇੱਕ ਨਾਰ ਮਜਾਰੀ ਨੈਸ਼ ਪਰਸ਼ ਤੁਝ ਸੋ ਤਬ ਧਾਰੀ। ਸਾਡੇ ਅੰਦਰ ਇੱਕ ਸੁਖੋਪਤੀ ਨਾੜੀ ਹੈ। ਜਦੋਂ ਸਾਡਾ ਮਨ ਉਸ ਨਾੜ ਵਿੱਚ ਚਲਿਆ ਜਾਂਦਾ, ਜਦੋਂ ਸਾਡਾ ਮਨ, ਜਿਸ ਨੂੰ ਆਪਾਂ ਜਾਗਤ ਸੁਪਨ ਸੁਖੋਪਤੀ ਤੁਰੀਆ ਕਹਿੰਦੇ ਆ, ਸੁਖੋਪਤੀ ਇੱਕ ਬਰੀਕ ਨਾੜੀ ਆ, ਜਦੋਂ ਸਾਡਾ ਮਨ ਉਹਦੇ ਅੰਦਰ ਚਲਿਆ ਜਾਂਦਾ, ਜਿਵੇਂ ਅਸੀਂ ਰਾਤ ਨੂੰ ਆਪਣੇ ਕਿਸੇ ਬੈੱਡਰੂਮ ਦੇ ਵਿੱਚ ਡੂੰਘੇ ਜਾ ਕੇ ਸੌਂ ਜਾਈਏ ਤੇ ਗੇਟ ਤੇ ਜਿੰਨਾ ਵੀ ਰੌਲਾ ਪੈ ਰਿਹਾ ਸਾਨੂੰ ਸੁਣਾਈ ਨਹੀਂ ਦੇਵੇਗਾ ਕੋਈ ਸਤਨਾਮ, ਕਿਉਂਕਿ ਉਹ ਹੁਣ ਕੰਨ ਵਿੱਚ ਹੈ ਹੀ ਨਹੀਂ, ਉਹ ਤਾਂ ਇੰਨਾ ਡੂੰਘਾ ਜਾ ਕੇ ਡਿੱਗ ਪਿਆ ਕਿ ਉਹਨੂੰ ਕੁਝ ਨਹੀਂ ਸੁਣਦਾ। ਪਰ ਤੜਕੇ ਉੱਠ ਕੇ ਜਿਹੜਾ ਦੱਸਦਾ ਕਿ ਰਾਤ ਬੜੀ ਗੂੜੀ ਨੀਂਦ ਆਈ ਯਾਰ, ਪਤਾ ਨਹੀਂ ਲੱਗਿਆ ਕਿੱਥੇ ਪਏ ਸੀ। ਇਹ ਵੀ ਅੰਦਰ ਜਿਹੜਾ ਦੂਸਰਾ ਮਨ ਹੈ ਨਾ, ਸਾਡੇ ਮਨ ਦੇ ਦੋ ਹਿੱਸੇ ਹੋ ਗਏ, ਇੱਕ ਬਾਹਰੀ ਮਨ ਹੈ ਤੇ ਇੱਕ ਅੰਦਰਲਾ ਮਨ ਹੈ। ਉਹ ਅੰਦਰਲਾ ਮਨ ਜਾਗ ਪੈਂਦਾ ਤੇ ਇਹ ਜਿਹੜਾ ਸੁਖੋਪਤੀ ਵੀ ਚਲਿਆ ਜਾਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਇੱਕ ਨਾੜ ਹੈ, ਉਸ ਨਾੜੀ ਦੇ ਵਿੱਚ ਜਦੋਂ ਮਨ ਚਲਿਆ ਜਾਂਦਾ ਜੀ, ਜਾਗਰਤ ਮੇਸ਼ ਪਰਸ਼ ਤੁਝ ਹੋਏ ਗਿਆਨ ਪਾਏ ਸਭ ਕੋ ਤਬ ਸੋਏ। ਲਪਟਿਓ ਰਹਿਤ ਨਾਰ ਕੇ ਮਾਹੀ, ਤਾਂ ਉਸ ਨਾੜੀ ਦੇ ਵਿੱਚ ਲਪਟਿਆ ਰਹਿੰਦਾ। ਤੇ ਜਦੋਂ ਬੰਦਾ ਸੰਸਾਰੀ ਤੌਰ 'ਤੇ ਇਸ ਪੰਕਤੀ ਦਾ ਅਰਥ ਕਰਾਂ ਕਿ ਜਦੋਂ ਬੰਦਾ ਵਿਸ਼ੇ ਵਿਕਾਰਾਂ 'ਚ ਡੁੱਬਿਆ ਹੁੰਦਾ ਹੈ, ਵਾਸ਼ਨਾਵਾਂ 'ਚ ਡੁੱਬਿਆ ਹੁੰਦਾ ਹੈ, ਉਦੋਂ ਵੀ ਉਹਨੂੰ ਕਿਸੇ ਦੀ ਗੱਲ ਨਹੀਂ ਸੁਣਦੀ। ਕਈ ਵਾਰੀ ਸਾਡਾ ਬੱਚਾ ਗਲਤ ਰਸਤੇ ਪੈ ਗਿਆ, ਮਾਂ ਪਿਓ ਰਿਸ਼ਤੇਦਾਰ ਸਾਗ ਸੰਬੰਧੀ ਸਮਝਾ ਕੇ ਥੱਕ ਜਾਂਦੀ ਹੈ, ਪਰ ਉਹ ਮੁੜਦਾ ਨਹੀਂ ਕਿਉਂਕਿ ਉੱਥੇ ਲਪਟਿਆ ਹੋਇਆ ਕੋਈ ਸਤਨਾਮ। ਇੱਧਰ ਸਾਡਾ ਮਨ ਸੁਖੋਪਤੀ ਨਾੜੀ ਵੀ ਜਦੋਂ ਚਲਿਆ ਜਾਂਦਾ, ਭਾਈ ਸਾਹਿਬ ਜੀ ਕਹਿੰਦੇ ਪ੍ਰਾਪਤ ਤਵੈ ਗਿਆਨ ਕੀ ਨਾਹੀ, ਉਦੋਂ ਇਹਦਾ ਗਿਆਨ ਖਤਮ ਹੋ ਜਾਂਦਾ। ਜਦੋਂ ਮਨੁੱਖ ਦੇ ਉੱਤੇ ਜਾਂ ਵਿਸ਼ੇ ਵਿਕਾਰਾਂ ਦਾ ਪ੍ਰਭਾਵ ਪੈਂਦਾ, ਉਦੋਂ ਇਹਦੇ ਗਿਆਨ ਇੰਦਰੀ ਕੰਮ ਛੱਡ ਜਾਂਦੇ ਆ। ਅੱਖਾਂ ਦੇਖਦੀਆਂ ਨਹੀਂ, ਕੰਨ ਕਿਸੇ ਦੀਆਂ ਚੀਕਾਂ ਨਹੀਂ ਸੁਣਦੇ, ਔਰ ਇਸੇ ਤਰ੍ਹਾਂ ਹੀ ਜੀਭਾ ਜਿਹੜੀ ਹੈ ਇਹ ਵੀ ਆਪਣੀ ਸਵਾਦਾਂ ਵਿੱਚ ਮਸਤ ਹੋ ਜਾਂਦੀ ਹੈ। ਉਦੋਂ ਇਹਦੇ ਗਿਆਨ ਇੰਦਰੀ ਕੰਮ ਛੱਡ ਜਾਂਦੇ ਆ, ਬੁੱਧੀ ਕੰਮ ਛੱਡ ਜਾਂਦੀ ਹੈ। ਇਹ ਤਾਂ ਜਦੋਂ ਇੱਕ ਕਹਾਵਤ ਹੈ ਸਾਡੀ ਮਾਲਵੇ ਦੀ, ਪੰਜਾਬ ਦੀ, ਕਿ ਜਿਹੜਾ ਡੱਬੂ ਕੁੱਤਾ ਆਪਦਾ ਕੰਮ ਕਰਕੇ ਕੰਧ 'ਤੇ ਚੜ੍ਹ ਜਾਂਦਾ, ਉਸੇ ਤਰ੍ਹਾਂ ਹੀ ਇਹ ਮਨ ਜਿਹੜਾ ਹੈ ਇਸ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ਼ਾਰਾ ਕਰਕੇ ਆਪ ਪਾਸੇ ਹੋ ਜਾਂਦੇ ਆ, ਮਨ ਫਸ ਜਾਂਦਾ ਹੈ। ਤੇ ਜਦੋਂ ਸਾਡਾ ਸਰੀਰ ਕਰਕੇ ਅਸੀਂ ਕੋਈ ਨਾ ਕੋਈ ਗਲਤ ਕਾਰਿਆ ਕਰ ਦਿੰਦੇ ਆ, ਚਾਹੇ ਕਿਸੇ ਮਨੁੱਖ ਨੂੰ ਮਾਰ ਦੇਣਾ ਗੁੱਸੇ ਵਿੱਚ ਆ ਕੇ, ਚਾਹੇ ਲੋਭ ਵਿੱਚ ਆ ਕੇ ਲੁੱਟ ਲੈਣਾ, ਕੁਛ ਵੀ ਕਰ ਲੈਣਾ, ਇਹਨਾਂ ਪੰਜਾਂ ਦੀ ਵਰਤੋਂ ਜਦੋਂ ਕਰ ਲੈਂਦੇ ਆ, ਫਿਰ ਇਹ ਪੰਜੇ ਭੱਜ ਜਾਂਦੇ ਆ ਤੇ ਫਸ ਜਾਂਦਾ ਸਰੀਰ। ਕਹੋ ਸਤਨਾਮ। ਆ ਜਿੰਨੇ ਸਰੀਰ ਜੇਲ੍ਹਾਂ 'ਚ ਬੈਠੇ ਆ, ਬਸ ਉਹ ਮਨ ਕਰਕੇ ਹੀ ਬੈਠੇ ਆ। ਕਹੋ ਸਤ, ਗਲਤੀਆਂ ਮੰਨਦੀਆਂ ਸੀਗੀਆਂ ਤੇ ਹੁਣ ਜਿਹੜੇ ਦੁੱਖ ਆ ਉਹ ਤਨ ਨੂੰ ਭੋਗਣੇ ਪੈ ਰਹੇ ਆ। ਤਾਂ ਪ੍ਰੀਤਮ ਜੀ ਕਹਿੰਦੇ ਜਦੋਂ ਚਿਰ ਇਹ ਉਹ ਸੁਖਪਤੀ ਨਾੜੀ ਦੇ ਵਿੱਚ ਪਿਆ ਰਹਿੰਦਾ ਹੈ, ਉਹਨਾਂ ਚਿਰ ਇਹਦੇ ਅੰਦਰ ਕੋਈ ਗਿਆਨ ਨਹੀਂ ਆਉਂਦਾ ਜੀ। ਜਾਗਰਤ ਮੇਸ਼ ਪਰਤ ਤੁਝ ਹੋਏ ਗਿਆਨ ਪਾਏ ਸਭ ਕੋ ਤਬ ਸੋਏ। ਤੇ ਜਦੋਂ ਹੀ ਉਹ ਸੁਖੋਪਤੀ ਨਾੜੀ ਵਿੱਚੋਂ ਬਾਹਰ ਨਿਕਲਦਾ ਹੈ, ਸਾਡਾ ਮਨ ਤੇ ਸਰੀਰ ਦੇ ਵਿੱਚ ਫੈਲ ਜਾਂਦਾ ਹੈ, ਸਰੀਰ ਦੀ ਤਵਚਾ ਨਾਲ ਇਹਦਾ ਸੰਬੰਧ ਹੋ ਜਾਂਦਾ ਹੈ, ਮਾਸ ਨਾਲ ਭਾਵ ਪੈਰ ਦੇ ਗੂਠੇ ਤੋਂ ਲੈ ਕੇ ਕੇਸਾਂ ਤੱਕ ਜਦੋਂ ਇਹਦਾ ਸੰਬੰਧ ਹੋ ਜਾਂਦਾ, ਫਿਰ ਇਹਦੇ ਅੰਦਰ ਸਾਰਾ ਗਿਆਨ ਦੁਬਾਰਾ ਐਕਟਿਵ ਹੋ ਜਾਂਦਾ, ਚੱਲ ਪੈਂਦਾ। ਸੋਮੋ ਭਾਗ ਚਰੀਏ ਬਾਰ ਅਸਤ ਸੁਖਮ ਹੈ ਇੱਕ ਨਾਰ। ਉਹ ਨਾੜੀ ਜਿਹੜੀ ਹੈ ਇੰਨੀ ਬਰੀਕ ਹੈ, ਜਿਵੇਂ ਕਿਸੇ ਬਾਲ ਨੂੰ, ਕੇਸ ਨੂੰ, ਰੋਮ ਨੂੰ ਚੀਰ ਦਈਏ 100 ਹਿੱਸਿਆਂ ਵਿੱਚ। ਇਸੇ ਚੀਜ਼ ਨੂੰ ਕਬੀਰ ਸਾਹਿਬ ਨੇ ਕਹਿ ਦਿੱਤਾ, ਰਾਈ ਦੇ 10ਵੇਂ ਹਿੱਸੇ ਜਿੰਨਾ, ਭਾਈ ਸਾਹਿਬ ਨੇ ਕਹਿਤਾ ਬਾਲ ਦੇ 100ਵੇਂ ਭਾਗ ਜਿੰਨਾ। ਇੰਨਾ ਬਰੀਕ ਹੈ ਉਹ ਨਾੜੀ। ਸੁਖਣ ਅਵਸਥਾ ਤਿਸ ਮੈਂ ਪਾਵੈ ਤਿਰ ਨਾਰੀ ਮੈਂ ਸਕਲ ਬਨਾਵੈ। ਔਰ ਉਸ ਨਾੜੀ ਵੀ ਜਦੋਂ ਸਾਡਾ ਮਨ ਚਲਿਆ ਜਾਂਦਾ ਰਾਤ ਨੂੰ ਸੌਣ ਵੇਲੇ, ਜਦੋਂ ਸਾਡਾ ਮਨ ਉੱਥੇ ਜਾ ਕੇ ਸੌਂਦਾ ਹੈ, ਉੱਥੇ ਫਿਰ ਇਹ ਸੁਪਨੇ ਘੜਦਾ, ਉੱਥੇ ਅਨੇਕਾਂ ਤਰ੍ਹਾਂ ਦੇ ਸੁਪਨੇ ਬਣਾਉਂਦਾ, ਸ਼ਕਲਾਂ ਬਣਾਉਂਦਾ ਰਹਿੰਦਾ। ਸਭ ਚਿਤ ਸਿੱਧ ਧਰਾ ਤਰ ਭਾਰੀ ਸੂਰਜ ਚੰਦ ਗਗਨ ਗਨ ਤਾਰੇ। ਕਹਿਣ ਲੱਗੇ ਫਿਰ ਉੱਥੇ ਬੈਠ ਕੇ ਕੀ ਕਰਦਾ, ਸਾਰੀ ਧਰਤੀ ਸਮੁੰਦਰ ਔਰ ਪਰਬਤ ਪਹਾੜ ਸੂਰਜ
ਚੰਦ ਆਕਾਸ਼ ਅਤੇ ਤਾਰੇ। ਸ਼ਕਤ ਬ੍ਰਹਮੰਡ ਰਚਨ ਕੀ ਹੋਏ, ਸੁਖਮ ਵਿਖੇ ਥੂਲ ਇਮ ਜੋਏ। ਸਾਡੇ ਮਨ 'ਚ ਇੰਨੀ ਪਾਵਰ ਹੈ, ਇਹ ਸਾਰੀਆਂ ਚੀਜ਼ਾਂ ਬਣਾ ਸਕਦਾ ਹੈ। ਕੋ ਸੁਪਨੇ ਵਿੱਚ ਕੀ ਕੁਝ ਰਚ ਲੈਂਦੇ ਹਾਂ ਆਪਾਂ। ਫੁਰਨੇ ਵਿੱਚ ਮਨ, ਇੱਥੇ ਬੈਠੇ ਹਾਂ, ਮਨ ਫੁਰਨੇ ਵਿੱਚ ਕਿੱਥੇ ਚਲਿਆ ਜਾਂਦਾ ਹੈ। ਇਸ ਕਰਕੇ ਮਨ ਵਿੱਚ ਤਾਕਤ ਬਹੁਤ ਹੈ। ਜੇ ਕਿਤੇ ਸਿੱਧੇ ਪਾਸੇ ਲੱਗ ਜੇ ਤੇ ਪੁੱਠੇ ਪਾਸੇ ਲੱਗ ਜੇ ਤੇ ਫਿਰ ਨੁਕਸਾਨ ਵੀ ਬੜਾ ਕਰਦਾ ਹੈ। ਇਸ ਕਰਕੇ ਇਹ ਮਨ ਦੀ ਪਾਵਰ ਦੱਸਦੇ ਹਨ। ਜਿਵ ਸੁਪਨਾ ਜੀਵਾਤਮ ਕੀਰਾ, ਜੋ ਚਾਹੀ ਰਚਨੀਤ ਬਡੇਰਾ। ਜਿਸ ਤਰ੍ਹਾਂ ਇਹ ਸੁਪਨੇ ਦੇ ਵਿੱਚ ਵੱਡੇ ਤੋਂ ਵੱਡੀ ਰਚਨਾ ਕਰ ਲਵੇ। ਤਿਮ ਈਸ਼ਰ ਕੋ ਸੁਪਨਾ ਆਹੈ, ਵਿਦ ਪਰਪੰਚ ਚੇਤਕ ਦ੍ਰਿਸ਼ ਲਹੈ। ਉਸੇ ਤਰ੍ਹਾਂ ਬ੍ਰਹਮਾ ਦੀ ਰਚਨਾ, ਇਹ ਜੋ ਸ੍ਰਿਸ਼ਟੀ ਹੈ, ਇਹ ਪਰਮੇਸ਼ਰ ਦਾ ਇੱਕ ਸੁਪਨਾ ਹੈ। ਪਰਮੇਸ਼ਰ ਨੇ ਫੁਰਨਾ ਬਣਾਇਆ, ਬੈਠੇ ਬੈਠੇ ਮਨ ਸੁਪਨੇ ਵਿੱਚ ਫੁਰਨੇ ਬਣਾਉਂਦਾ ਹੈ, ਫੁਰਨੇ ਨਾਲ ਸੁਪਨੇ ਬਣਾਉਂਦਾ ਤੇ ਸਾਨੂੰ ਸੁਪਨੇ ਰਾਹੀਂ ਕਿੰਨਾ ਕੁਝ ਦਿਖਾਉਂਦਾ। ਉਹ ਆਪਾਂ ਹੀ ਦੇਖਦੇ ਹਾਂ, ਆਪਣਾ ਹੀ ਉਹ ਸਰੂਪ ਹੈ, ਨਿੱਕਾ ਜਿਹਾ ਬਰੀਕ ਜਿਹਾ ਜਿਹੜਾ ਸਰੀਰ 'ਚੋਂ ਨਿਕਲ ਕੇ ਜਾਂਦਾ। ਕੋ ਸਤਨਾਮ, ਉਹ ਆਪਾਂ ਹੀ ਆ। ਪਰਮੇਸ਼ਰ ਬੈਠੇ ਬੈਠੇ ਫੁਰਨਾ ਬਣਾਉਂਦੇ ਆ, ਸੁਪਨਾ ਬਣਾਉਂਦੇ ਆ ਵੀ ਯਾਰ ਮੇਰੇ ਵਰਗੇ ਹੋਰ ਵੀ ਹੋਣ, ਤੇ ਕਹਿੰਦੇ ਹੋ ਜਾ। ਇੰਨਾ ਕਹਿ ਕੇ ਹੀ ਦੁਨੀਆ ਸਾਜ ਦਿੱਤੀ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਹੁਣ ਉਸ ਪਰਮੇਸ਼ਰ ਦੇ ਵਿੱਚ ਕਿੰਨੀ ਪਾਵਰ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਇੰਨੀ ਪਾਵਰ ਹੈ ਕਿ ਤੁਹਾਡੀ ਅੱਖਾਂ ਦੇ ਝਪਕਣ ਜਿੰਨੇ ਸਮੇਂ ਵਿੱਚ ਦੁਨੀਆ ਨੂੰ ਫਨਾ ਕਰ ਦੇਵੇ ਤੇ ਦੁਬਾਰੇ ਦੁਨੀਆ ਨੂੰ ਸਾਜ ਦੇਵੇ। ਕਹੋ ਸਤਨਾਮ। ਤੇ ਹੁਣ ਅਕਸਰ ਮਨ ਹੈ ਤਾਂ ਉਹਦੀ ਅੰਸ਼ ਹੀ ਨਾ, ਪਿਓ ਵਰਗਾ ਤਾਂ ਹੋ ਹੀ ਸਕਦਾ ਨਾ। ਮੈਂ ਪਹਿਲਾਂ ਬੇਨਤੀ ਕੀਤੀ, ਬੱਚਾ ਪਿਓ ਤੇ ਕਿਉਂ ਜਾਂਦਾ ਹੈ? ਇਹ ਮਾਂ ਦੀ ਡਾਇਰੈਕਸ਼ਨ ਹੈ, ਆਪਣੇ ਸੋਚ ਦੇ ਰਾਹੀਂ, ਸੁਰਤ ਰਾਹੀਂ। ਕਹੋ ਸਤਨਾਮ। ਸਾਡਾ ਮਨ ਪਰਮੇਸ਼ਰ ਦੀ ਅੰਸ਼ ਹੈ। ਜੇ ਪਰਮੇਸ਼ਰ ਵਿੱਚ ਇੰਨੀ ਪਾਵਰ ਆ, ਜੇ ਸਾਡਾ ਮਨ ਆਪਣੇ ਜੀਵਨ ਦਾ 10ਵਾਂ ਹਿੱਸਾ ਵੀ ਉਹਦੇ ਨਾਲ ਜੁੜ ਜਾਵੇ ਤੇ ਇਹਦੇ 'ਚ ਇੰਨੀ ਪਾਵਰ ਆ ਸਕਦੀ ਆ। ਕਹੋ ਸਤਨਾਮ। ਜਿਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਦੀ ਗੱਲ ਕਰੀਏ, ਇਹਨਾਂ ਦੇ ਕੋਲ ਇੱਕ ਮੁਸਲਮਾਨ ਫਕੀਰ ਆਇਆ ਉਹਨਾਂ ਸਮਿਆਂ ਦੇ ਵਿੱਚ, ਜਦੋਂ ਕਿ ਮੁਗਲਾਂ ਦਾ ਰਾਜ ਸੀ। ਤੇ ਬਾਬਾ ਸ਼੍ਰੀ ਚੰਦ ਜੀ ਕੋਲ ਵੀ ਬਹੁਤ ਸਾਰੇ ਲੋਕ ਆਉਂਦੇ ਸਨ ਕਿ ਮਹਾਰਾਜ ਮੁਗਲ ਜਿਹੜੇ ਆ ਸਾਡਾ ਧਰਮ ਖਤਮ ਕਰ ਰਹੇ ਆ, ਆਪਦਾ ਧਰਮ ਜਿਹੜਾ ਹੈ ਉਹ ਵਧਾਉਣ ਦੀ ਕੋਸ਼ਿਸ਼ ਕਰਦੇ ਆ, ਸਭ ਨੂੰ ਮੁਸਲਮਾਨ ਬਣਾਉਣ ਦੀ ਤਿਆਰੀ ਵਿੱਚ ਹੈ। ਤੇ ਬਾਬਾ ਸ਼੍ਰੀ ਚੰਦ ਨੇ ਕਹਿ ਦਿੱਤਾ, ਦੇਖੋ ਜਿਉਣਾ ਤਾਂ ਕਿਸੇ ਨੇ ਸਦਾ ਹੈ ਨਹੀਂ, ਮਰਨਾ ਤਾਂ ਇੱਕ ਦਿਨ ਹੈਗਾ ਹੀ ਆ, ਪਰ ਆਪਣੇ ਧਰਮ ਨੂੰ ਕਾਇਮ ਰੱਖਣ ਵਾਸਤੇ ਸਾਨੂੰ ਮੌਤ ਵੀ ਪ੍ਰਵਾਨ ਕਰਨੀ ਚਾਹੀਦੀ ਹੈ, ਪਰ ਧਰਮ ਨਹੀਂ ਬਦਲਣਾ ਚਾਹੀਦਾ। ਤੇ ਲੋਕ ਜਿਹੜੇ ਬਾਬਾ ਸ਼੍ਰੀ ਚੰਦ ਦੀਆਂ ਕਹਿੰਦੇ ਵਿਚਾਰਾਂ ਸੁਣ ਕਰਕੇ ਥੋੜ੍ਹੇ ਤਕੜੇ ਹੋਏ, ਉਹਨਾਂ ਮੁਗਲਾਂ ਨਾਲ ਆਡੇ ਵੀ ਲੈਣ ਲੱਗੇ ਉਹਨਾਂ ਸਮਿਆਂ ਦੇ ਵਿੱਚ। ਤੇ ਇੱਕ ਮੁਗਲ ਜਿਹੜਾ ਸੀਗਾ ਉਹ ਬਾਬਾ ਸ਼੍ਰੀ ਚੰਦ ਕੋਲ ਕਹਿੰਦੇ ਆਇਆ ਵੀ ਇਸ ਤਰ੍ਹਾਂ ਤੂੰ ਕਹਿੰਦੇ ਲੋਕਾਂ ਨੂੰ ਗਲਤ ਗਾਈਡ ਕਰਦਾ, ਅਸੀਂ ਸਾਰਿਆਂ ਨੂੰ ਇੱਕੋ ਜਿਹੇ ਬਣਾਉਣੇ ਚਾਹੁੰਦੇ ਹਾਂ, ਮੁਸਲਮਾਨ ਹੀ ਮੁਸਲਮਾਨ ਹੋਣ, ਤੇ ਤੂੰ ਲੋਕਾਂ ਨੂੰ ਸਾਡੇ ਖਿਲਾਫ ਕਰਦਾ। ਬਾਬਾ ਸ਼੍ਰੀ ਚੰਦ ਜੀ ਧੂਣੇ 'ਤੇ ਬੈਠੇ ਸੀ, ਕਹਿੰਦੇ ਕਹਿਣ ਲੱਗੇ ਆ ਇੰਨੀ ਗਰਮੀ ਪੈਂਦੀ ਹੈ, ਇੰਨੀ ਧੁੱਪ ਪੈਂਦੀ ਆ, ਉੱਤੋਂ ਤੂੰ ਧੂਣਾ ਲਾ ਕੇ ਬੈਠਾ ਤੇ ਬਾਹਰ ਧੁੱਪ ਬਹੁਤ ਹੈ। ਮੈਂ ਤੇਰੇ ਕੋਲ ਬੈਠ ਕੇ ਗੱਲਾਂ ਕਰਨੀਆਂ ਸਨ, ਜੇ ਕਿਸੇ ਛਾਵੇਂ ਬੈਠਾ ਹੁੰਦਾ। ਕਹਿੰਦੇ ਉਸ ਵੇਲੇ ਬਾਬਾ ਸ਼੍ਰੀ ਚੰਦ ਨੇ ਧੂਣੇ ਵਿੱਚ ਇੱਕ ਮੱਚਦੀ ਹੋਈ ਲੱਕੜ ਜਿਹੜੀ ਹੈ ਧੂਣੇ ਦੇ ਵਿੱਚ ਹੀ ਗੱਡ ਦਿੱਤੀ। ਕਹਿੰਦੇ ਕਨੇਰ ਦੀ ਲੱਕੜ ਕਹਿੰਦੇ ਚੱਕ ਕਰਕੇ ਧੂਣੇ ਵਿੱਚ ਬੜੇ ਜੋਸ਼ ਨਾਲ ਐਂ ਗੱਡ ਦਿੱਤੀ ਤੇ ਉਹ ਕਹਿੰਦੇ ਫੁੱਟਣਾ ਸ਼ੁਰੂ ਹੋ ਗਿਆ। ਥੱਲੇ ਅੱਗ ਮੱਚੀ ਜਾਂਦੀ ਹੈ, ਉੱਤੇ ਉਹਦੀਆਂ ਕਰੂੰਬਲਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਤੇ ਉਹਨੂੰ ਕਹਿੰਦਾ ਆ ਜਾ ਛਾਵੇਂ ਬਹਿ ਕੇ ਗੱਲ ਕਰ ਲੈ ਜਿਹੜੀ ਕਰਨੀ ਆ। ਕਹੋ ਸਤਨਾਮ। ਫਿਰ ਉਹ ਮੁਗਲ ਪੈਰੀ ਪੈ ਗਿਆ ਜੀ, ਤੁਹਾਡੇ 'ਚ ਇੰਨੀ ਸ਼ਕਤੀ ਆ, ਅੱਗ ਦੇ ਵਿੱਚੋਂ ਵੀ ਤੁਸੀਂ ਲਕੜਾਂ ਕੱਢ ਦਿੱਤੀਆਂ। ਤਾਂ ਇਸ ਕਰਕੇ ਇਹ ਕੀ ਹੈ, ਇਹ ਬ੍ਰਹਮ ਗਿਆਨ ਦੀਆਂ ਉਹ ਪਾਵਰਾਂ ਜਿਹੜੀਆਂ ਪਰਮੇਸ਼ਰ ਵਿੱਚ ਹੈ ਉਹ ਮਨ ਵਿੱਚ ਵੀ ਆ ਜਾਂਦੀਆਂ। ਸਾਧੂਆਂ ਸੰਤਾਂ ਵਿੱਚ ਰਿੱਧੀਆਂ ਸਿੱਧੀਆਂ ਤਾਕਤਾਂ ਦਾ ਆ ਜਾਣਾ। ਵੈਸੇ ਸਾਧੂ ਸੰਤ ਜਿਹੜੇ ਹਨ ਉਹ ਇਹ ਰਿੱਧੀਆਂ ਸਿੱਧੀਆਂ ਨਾਲ ਕਰਾਮਾਤਾਂ ਵਿਖਾ ਕੇ ਰਾਜੀ ਨਹੀਂ, ਉਹ ਤਾਂ ਅੰਤ ਨੂੰ ਫਿਰ ਕੋਈ ਕਰਾਮਾਤ ਦਾ ਗੋਲਾ ਮਾਰਦੇ ਆ ਕਿਸੇ ਨੂੰ ਸਿੱਧਾ ਕਰਨ ਵਾਸਤੇ। ਇਸ ਕਰਕੇ ਜੇ ਪਰਮੇਸ਼ਰ ਵਿੱਚ ਇੰਨੀ ਪਾਵਰ ਹੈ ਕਿ ਜਿਹੜਾ ਮਨ ਉਹਦੇ ਨਾਲ ਜੁੜ ਗਿਆ ਉਹਦੇ ਵਿੱਚ ਵੀ ਉਹ ਪਾਵਰ ਆ ਸਕਦੀ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨ ਜਾਣੋ ਮਾਨਸ ਦੇ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦੱਸਣਾ। ਕਿੰਨੇ ਬਚਨ ਲਿਖੇ ਹਨ ਪਰਮੇਸ਼ਰ ਨੇ ਰੱਬ ਦੇ ਪਿਆਰਿਆਂ ਤੇ ਆਪਣੇ ਪਿਆਰਿਆਂ ਤੇ। ਪਰਮੇਸ਼ਰ ਨੇ ਇੰਨੀ ਕਿਰਪਾ ਕੀਤੀ ਹੈ
ਕਿ ਉਹ ਜੋ ਕਹਿੰਦੇ ਆ ਉਹ ਕਰ ਦਿੰਦਾ ਹੈ। ਆਪਣੇ ਭਾਵੇਂ ਜਿਹੜਾ ਸਿਸਟਮ ਹੈ ਉਸ ਨੂੰ ਉਸਨੇ ਬਦਲਣਾ ਪਵੇ, ਪਰ ਆਪਣੇ ਪਿਆਰਿਆਂ ਦੀ ਗੱਲ ਨਹੀਂ ਬਦਲਦਾ। ਸਾਧ ਬਚਨ ਅਟਲਾਦਾ, ਪਰ ਉਹਨਾਂ ਦੀ ਗੱਲ ਹੈ ਜਿਹੜੇ ਉਹਦੇ ਨਾਲ ਇੱਕਮਿਕ ਹੋ ਜਾਂਦੇ ਨੇ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਇਸ ਮਨ ਦੇ ਵਿੱਚ ਇੰਨੀ ਪਾਵਰ ਹੈ, ਜਿਵੇਂ ਪਰਮੇਸ਼ਰ ਨੇ ਸੁਪਨੇ ਦੇ ਰਾਹੀਂ ਭਾਵ ਫੁਰਨੇ ਦੇ ਰਾਹੀਂ ਸ੍ਰਿਸ਼ਟੀ ਬਣਾ ਲਈ, ਇਹ ਸਾਡਾ ਮਨ ਵੀ ਬਹੁਤ ਫੁਰਨੇ ਬਣਾ ਲੈਂਦਾ ਹੈ, ਅਨੇਕਾਂ ਪ੍ਰਪੰਚ ਰਚ ਲੈਂਦਾ ਹੈ। ਅੰਤ ਸੰਕਟ ਤੇ ਤਨ ਕੋ ਤਜੈ, ਅਗਤੇ ਦੂਤ ਸਾਸਨਾ ਸਜੈ। ਔਰ ਇਸ ਜਗ ਮੈਂ ਸਭ ਜੀਵ ਦੁਖਾਰੇ, ਬਸ ਅਗਿਆਨ ਬੰਧ ਮੈਂ ਭਾਰੇ। ਹੁਣ ਇਹ ਜਿਹੜੀ ਰਚਨਾ ਹੈ ਮਨ ਨੇ ਬਣਾ ਤਾਂ ਲਈ, ਕਰ ਤਾਂ ਲਈ, ਪਰ ਅਗਿਆਨਤਾ ਵਸ ਕਰ ਲਈ ਉਸ ਨੇ। ਜੇ ਗੁਰੂ ਦੇ ਗਿਆਨ ਨਾਲ ਚੱਲਦਾ ਫਿਰ ਕੋਈ ਚੱਜ ਦੀ ਸਕੀਮ ਸੋਚਦਾ, ਇਹ ਪੁੱਠੀਆਂ ਸਕੀਮਾਂ ਸੋਚਦਾ। ਕਹੋ ਸਤਨਾਮ। ਤੇ ਪੁੱਠੀਆਂ ਸਕੀਮਾਂ, ਪੁੱਠੀਆਂ ਸੋਚਾਂ, ਗਲਤ ਫੁਰਨਿਆਂ ਕਰਕੇ ਇਹ ਸਾਰੇ ਜੀਵ ਦੁਖੀ ਆ। ਕਹੋ ਸਤਨਾਮ। ਕਿਉਂਕਿ ਮਨ ਜਿਹੜਾ ਮਾਰਗ ਦਰਸ਼ਨ ਗੁਰੂ ਤੋਂ ਲੈ ਕੇ ਚੱਲੇ, ਗੁਰਮਤਿ ਅਨੁਸਾਰ ਚੱਲੇ ਤੇ ਚੰਗਾ ਸੋਚੇ, ਚੰਗਾ ਸੋਚੇ ਤੇ ਚੰਗਾ ਕਰੇ, ਚੰਗਾ ਕਰੇ ਤਾਂ ਸੁੱਖ ਪਾਵੇ। ਪਰ ਭਾਈ ਸਾਹਿਬ ਜੀ ਕਹਿੰਦੇ ਜੀਵ ਦੁਖੀ ਕਿਉਂ ਹੈ? ਕਿਉਂਕਿ ਪੁੱਠਾ ਸੋਚਣ ਦੀ ਆਦਤ ਹੈ ਇਹਦੀ। ਕਹੋ ਸਤਨਾਮ। ਪਰਮੇਸ਼ਰ ਮੁਤਾਬਕ ਨਹੀਂ ਸੋਚਦਾ। ਜੇ ਗੁਰਮਤਿ ਵਿੱਚ ਆਵੇ ਤਾਂ ਉਵੇਂ ਸੋਚੇ, ਪਰ ਇਹ ਉਲਟਾ ਸੋਚਦਾ ਹੈ। ਸਵਾਰਥੀ ਹੋ ਗਿਆ ਇਹ ਮਨੁੱਖ, ਇਹਦਾ ਮਨ ਸਵਾਰਥੀ ਹੋ ਗਿਆ। ਇਹ ਜਗ ਦੇ ਵੀ ਸਾਰੇ ਜੀਵ ਤਾਈਏ ਦੁਖੀ ਹਨ, ਅਗਿਆਨਤਾ ਕਰਕੇ। ਅੰਤ ਸੰਕਟ ਤੇ ਤਨ ਕੋ ਤਜੈ, ਅਗਤੇ ਦੂਤ ਸਾਸਨਾ ਸਜੈ। ਅਖੀਰ ਕਹਿੰਦੇ ਇਹ ਦੁਖੀ ਹੋਇਆ ਮਨ ਜਿਹੜਾ ਹੈ ਸਰੀਰ ਨੂੰ ਛੱਡ ਜਾਂਦਾ ਹੈ, ਤੇ ਕੀਤੇ ਹੋਏ ਗਲਤ ਕੰਮਾਂ ਦੇ ਕਾਰਨ, ਪਾਪਾਂ ਦੇ ਕਾਰਨ ਜਮਾਂ ਦੀ ਤਾੜਨਾ ਸਹਿੰਦਾ ਹੈ। ਔਰ ਇਹ ਗੱਲਾਂ ਪਹਿਲਾਂ ਤਾਂ ਲੋਕ ਕਹਿੰਦੇ ਸੀ ਵੀ ਕੋਈ ਜਮਦੂਤ ਆਉਂਦੇ ਆ ਉਹ ਲੈ ਕੇ ਜਾਂਦੇ ਹੈ, ਪਰ ਗਲਤ ਕੰਮ ਕਰਨ ਵਾਲੇ ਤਾਂ ਇੱਥੇ ਵੀ ਤਾਂ ਜੇਲ੍ਹਾਂ ਦੇ ਵਿੱਚ ਸਜ਼ਾ ਭੋਗੀ ਜਾਂਦੇ ਆ। ਕਹੋ ਸਤਨਾਮ। ਤੇ ਉਹ ਕੰਮ ਕਿਹਨੇ ਕੀਤੇ ਆ? ਮਨ ਨਹੀਂ ਕੀਤੇ ਆ ਨਾ। ਮਨ ਦੀ ਹੀ ਸ਼ਰਾਰਤ ਹੋਣੀ ਆ ਕੋਈ ਕਿ ਉਹਨਾਂ ਤੋਂ ਗਲਤੀ ਹੋ ਗਈ। ਕਹੋ ਸਤਨਾਮ। ਔਰ ਉਹਨਾਂ ਦੀ ਉਸ ਗਲਤੀ ਦੇ ਕਾਰਨ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਸੁੱਟਿਆ ਗਿਆ। ਭਾਵੇਂ ਬਾਹਰੀ ਤੌਰ 'ਤੇ ਉਹਨਾਂ ਨੇ ਧਾਰਮਿਕ ਬਾਣੇ ਵੀ ਪਾਏ ਹੋਏ ਸੀਗੇ, ਪਰ ਉਹਨਾਂ ਦੀ ਮਨ ਦੀ ਜਿਹੜੀ ਗਲਤ ਸੋਚ ਸੀ ਉਹਨਾਂ ਨੇ ਉਹਨਾਂ ਦੇ ਸਰੀਰਾਂ ਨੂੰ ਫਸਾਤਾ। ਉਹ ਸਾਰੇ ਸਰੀਰ ਹੁਣ ਸੰਕਟ ਵਿੱਚ ਪਏ ਹਨ। ਔਰ ਇੰਨਾ ਹੀ ਨਹੀਂ ਕਹਿੰਦੇ ਭਾਈ ਸਾਹਿਬ ਜੀ, ਚਲੋ ਇਹ ਤਾਂ ਆਪਾਂ ਇੱਥੇ ਜਿਹੜਾ ਸਾਹਮਣੇ ਦਿਸਦਾ ਉਹ ਅਰਥ ਕਰ ਲਿਆ। ਕਹਿੰਦੇ ਇਹ ਮਨ ਦੇ ਕਾਰਨ ਫਿਰ ਇਹ ਜੀਵ ਆਤਮਾ ਸਰੀਰ ਨੂੰ ਤਿਆਗ ਜਾਂਦੀ ਆ, ਔਰ ਆਪਣੀਆਂ ਗਲਤੀਆਂ ਕਾਰਨ ਜਮਾਂ ਦੀਆਂ ਸਜ਼ਾਵਾਂ ਨੂੰ ਭੋਗਦੀ ਹੈ। ਨਾਨਾ ਨਰਕ ਕਸ਼ਟ ਭੁਗਾਵੈ, ਅਗਫਰ ਭੁਗੇ ਬਹਿਰ ਨਿਕਸਾਵੈ। ਫਿਰ ਕਹਿਣ ਲੱਗੇ ਅਨੇਕਾਂ ਤਰ੍ਹਾਂ ਦੇ ਨਰਕਾਂ ਦੇ ਵਿੱਚ ਉਹਨਾਂ ਪਾਪਾਂ ਦੇ ਫਲਾਂ ਨੂੰ ਭੋਗਦੀ ਹੈ, ਫਿਰ ਉੱਥੋਂ ਨਰਕਾਂ 'ਚੋਂ ਨਿਕਲਦੀ ਹੈ। ਮਹੀ ਨਾਨਾ ਸੁਖ ਕੋ ਦੇਤ, ਕਰਤ ਪੁਨ ਜੋ ਰਹੇ ਸੁਚੇਤ। ਪਰ ਜਿਹੜੇ ਸੁਚੇਤ ਰਹਿੰਦੇ ਨਾ, ਭਾਵ ਜਿਸ ਤਰ੍ਹਾਂ ਨੌਵੇਂ ਪ੍ਰੀਤਮ ਜੀ ਕਹਿੰਦੇ ਮਨ ਅਚੇਤ ਪਾਪ ਤੇ ਡਰ ਰੇ, ਜੇ ਸੁਚੇਤ ਹੋਵੇਗਾ ਫਿਰ ਗਲਤੀ ਨਹੀਂ ਕਰੇਗਾ। ਗੁਰੂ ਘਰ ਆ ਰਹੇ ਆ, ਕੋਈ ਸੁਚੇਤ ਹੈ ਵੀ ਯਾਰ ਮੈਂ ਧਾਰਮਿਕ ਸਥਾਨ 'ਤੇ ਆਇਆ, ਮੈਨੂੰ ਇੱਥੇ ਕੋਈ ਇਹੋ ਜਿਹਾ ਬਿਹੇਵ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਕਿ ਜਿਹੜਾ ਮੈਨੂੰ ਇੱਥੋਂ ਫਟਕਾਰਾਂ ਪੈ ਜਾਣ, ਲਾਹਣਤਾਂ ਪੈ ਜਾਣ। ਜੇ ਬੰਦਾ ਸੁਚੇਤ ਹੋਊਗਾ ਤੇ ਬਚ ਕੇ ਰਹੂਗਾ, ਤੇ ਜੇ ਨਹੀਂ ਸੁਚੇਤ ਹੋਊਗਾ, ਗਲਤੀ ਕਰੂਗਾ, ਤੇ ਫਿਰ ਉਹਦੀ ਸਜ਼ਾ ਉਹਨੂੰ ਭੋਗਣੀ ਪੈਣੀ ਆ। ਕਹੋ ਸਤਨਾਮ। ਅਚੇਤ ਪਾਪ ਉਹ ਜਿਹੜਾ ਅਚਨਚੇਤ ਹੋ ਗਿਆ, ਜਿਹਦੇ ਬਾਰੇ ਸੋਚਿਆ ਵੀ ਨਹੀਂ ਹੁੰਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੁਚੇਤ ਰਹੇ, ਪਰ ਬੰਦਾ ਕਿੱਧਰ ਸੁਚੇਤ ਹੈ? ਪਿੱਛੇ ਪੜ੍ਹਿਆ ਸੀ ਆਪਾਂ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਗੁਰੂ ਵੱਲ ਸੁਚੇਤ ਨਹੀਂ ਹੈ, ਗੁਰਮਤਿ ਵੱਲ ਸੁਚੇਤ ਨਹੀਂ ਹੈ, ਸੱਚ ਵੱਲ ਸੁਚੇਤ ਨਹੀਂ ਹੈ, ਮਨ ਦੇ ਰਸਾਂ ਕਸਾਂ, ਮਨ ਦੇ ਸਵਾਦਾਂ ਵੱਲ ਸੁਚੇਤ ਹੈ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੋਟਾ ਤਿਲ ਬੁਆੜ ਜਿਉਂ ਸੁਈਆਂ ਹੀ ਅੰਦਰ ਖੇਤ। ਇਸੇ ਕਰਕੇ ਉਸ ਤਿਲਾਂ ਦੇ ਪੌਦੇ ਵਾਂਗੂ ਦੁਨੀਆ ਵਿੱਚ ਹੀ ਭਟਕ ਜਾਂਦਾ ਹੈ, ਜਿਹਦੀਆਂ ਫਲੀਆਂ ਦੇ ਵਿੱਚ ਸਵਾਹ ਭਰੀ ਹੁੰਦੀ ਹੈ, ਤੇ ਇਹਦੀਆਂ ਦਿਮਾਗ ਦੀਆਂ ਨਾੜੀਆਂ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਮਾੜੀ ਸੋਚ ਦੀ ਸਵਾਹ ਭਰੀ ਹੋਈ ਆ। ਇਸ ਕਰਕੇ ਜੇ ਸੁਚੇਤ ਰਵੇ
ਚੰਗੇ ਕੰਮ ਕਰੇ ਤਾਂ ਉਹਨੂੰ ਪਰਮੇਸ਼ਰ ਸੁੱਖ ਵੀ ਦਿੰਦਾ ਹੈ। ਆਤੀ ਪੁੰਨੀ ਦੁਖ ਸੁਖ ਪਾਏ, ਚੰਦ ਅਸਮੈ ਪੁਨ ਮਿਲ ਜਾਏ। ਤਾਂ ਇਸ ਤਰ੍ਹਾਂ ਕਹਿੰਦੇ ਜੀਵ ਪਾਪਾਂ ਤੇ ਪੁੰਨਾਂ ਦੇ ਭੋਗਾਂ ਨੂੰ ਭੋਗ ਕੇ ਫਿਰ ਕਹਿੰਦੇ ਚੰਦਰਮਾ ਦੀਆਂ ਕਿਰਨਾਂ ਵਿੱਚ ਮਿਲ ਜਾਂਦਾ ਹੈ। ਤਿਨ ਦੁਬਾਰਾ ਆਨੰਦ ਮਹਿ ਪਾਵੈ, ਚਾਕੀ ਮੁਸਲ ਤੇ ਦੁਖ ਪਾਵੈ। ਲਓ ਜੀ, ਫੇਰ ਕਹਿੰਦੇ ਜੀਵ ਦੁਬਾਰਾ ਦੁਨੀਆ ਵਿੱਚ ਆਉਂਦੇ ਆ। ਵੈਸੇ ਆਪਾਂ ਇਹ ਰੋਜ਼ ਗੱਲਾਂ ਕਰਦੇ ਹੁੰਨੇ ਆ ਵੀ ਜਦੋਂ ਚੰਦ ਚਾਨਣੀ ਰਾਤ ਹੁੰਦੀ ਹੈ ਨਾ, ਤੇ ਇਹ ਚੰਦ ਚਾਨਣੀ ਰਾਤ ਪੂਰਨਮਾਸ਼ੀ ਦੀ ਰਾਤ ਜਾਂ ਹੋਰ ਜਦੋਂ ਚੰਦਰਮਾ ਦਾ ਚਾਨਣ ਹੁੰਦਾ ਤੇ ਕਹਿੰਦੇ ਸਾਡੀਆਂ ਫਸਲਾਂ ਵਿੱਚ ਦਾਣਾ ਉਹਦੇ ਨਾਲ ਪੈਂਦਾ। ਕਹੋ ਸਤਨਾਮ ਸਿੰਘ। ਤੇ ਜੇ ਚੰਦ ਚਾਨਣੀ ਰਾਤ ਹੋਵੇ ਤੇ ਬਿਜਲੀ ਲਿਸ਼ਕਦੀ ਹੋਵੇ ਤੇ ਫਿਰ ਇੰਨੀਆਂ ਤੇਜ਼ ਕਿਰਨਾਂ ਵੱਜਦੀਆਂ ਤੇ ਸਾਡੇ ਉਹ ਛੋਲਿਆਂ ਦੇ ਦਾਣੇ ਕਹਿੰਦੇ ਪਿਚਕ ਜਾਂਦੇ ਆ, ਉਹਨੂੰ ਚਾਨਣੀ ਮਾਰ ਜਾਂਦੀ ਹੈ। ਆਮ ਕਹਾਵਤ ਹੈ ਸਾਡੀ ਮਾਲਵੇ ਦੀ। ਭਾਵੇਂ ਗੱਲਾਂ ਹੈ ਕਿਤੇ ਨਾ ਕਿਤੇ ਜਿਹੜੀਆਂ ਆਪਾਂ ਸੁਣਦੇ ਆ ਵੀ ਚਾਨਣੀ ਮਾਰ ਗਈ ਛੋਲਿਆਂ ਨੂੰ, ਭਾਵ ਸਾਡੀਆਂ ਫਸਲਾਂ ਵਿੱਚ ਜਿਹੜਾ ਦਾਣਾ ਪੈਂਦਾ ਇਹ ਚੰਦਰਮਾ ਦੀਆਂ ਕਿਰਨਾਂ 'ਚੋਂ ਪੈਂਦਾ। ਤੇ ਦਾਣਿਆਂ ਦੇ ਵਿੱਚ ਜਾਨ ਹੈ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਦਾਣਿਆਂ ਵਿੱਚ ਜੀਵ ਆ ਗਿਆ ਦੁਬਾਰਾ। ਨਰਕਾਂ ਨੂੰ ਭੋਗ ਕੇ, ਸੁੱਖਾਂ ਦੁੱਖਾਂ ਨੂੰ ਭੋਗ ਕੇ, ਜੇ ਤਾਂ ਨਾਮ ਜਪੇ ਫਿਰ ਤਾਂ ਇਹ ਪਰਮੇਸ਼ਰ ਵਿੱਚ ਮਿਲ ਜਾਵੇ, ਜੰਮਣਾ ਮਰਨਾ ਹੀ ਖਤਮ ਹੋ ਜਾਵੇਗਾ। ਪਰ ਇਸ ਚੱਕਰ ਦੇ ਨਾਲ ਗਿਆ ਤੇ ਕਹਿੰਦੇ ਚੰਦਰਮਾ ਦੇ ਵਿੱਚ ਮਿਲ ਜਾਂਦਾ। ਕਹਿੰਦੇ ਚੰਦਰਮਾ ਦੀ ਅੰਸ਼ ਵਿੱਚ ਮਿਲ ਜਾਂਦਾ ਹੈ ਤੇ ਫਿਰ ਤਿੰਨ ਦੁਬਾਰਾ ਆਨਣ ਮੈਂ ਆਵੇ। ਤਿੰਨ ਦੁਬਾਰਾ ਆਨੰਦ ਮੈਂ ਆਵੇ, ਚਾਕੀ ਮੁਸਲ ਤੇ ਦੁਖ ਪਾਵੈ। ਫਿਰ ਕਹਿੰਦੇ ਉਹ ਆ ਗਿਆ ਦਾਣਿਆਂ ਦੇ ਵਿੱਚ, ਕਣਕ, ਛੋਲੇ, ਜੌਂ, ਸਰਸੋਂ ਆਦਿ ਇਹਨਾਂ ਫਸਲਾਂ 'ਚ ਆ ਗਿਆ। ਹੁਣ ਉਹ ਫਸਲਾਂ ਜਿਹੜੀਆਂ ਆਪਣੇ ਖਾਣ ਵਾਲੀਆਂ ਆਪਾਂ ਉਹਨਾਂ ਨੂੰ ਪੀਂਦੇ ਆ। ਕੋਈ ਸਤਨਾਮ। ਇਹ ਸਾਰੀ ਸਾਖੀ ਜਿਹੜੀ ਇੱਥੇ ਭਾਈ ਸਾਹਿਬ ਸੁਣਾ ਰਹੇ ਆ ਨਾ, ਇਹ ਤੁਸੀਂ ਸਾਰੀ ਸਾਖੀ ਮੱਕੇ ਵਾਲੀ ਜਿਹੜੀ ਸਾਖੀ ਹੈ ਬਾਬੇ ਨਾਨਕ ਦੀ ਜਨਮ ਸਾਖੀ ਵਿੱਚ, ਇਹ ਸਾਰੀ ਉਹ 'ਚੋਂ ਪੜ੍ਹ ਕੇ ਦੇਖ ਸਕਦੇ ਹੋ ਕਿ ਜੀਵ ਕਿੰਨੇ ਦੁੱਖਾਂ ਨੂੰ ਭੋਗ ਕੇ ਘੁੰਮਦਾ ਘੁਮਾਉਂਦਾ ਕਿਤੇ ਮਨੁੱਖ ਬਣਦਾ ਹੈ। ਕੋਈ ਸਤਨਾਮ ਸੀ। ਜੀਵ ਆਤਮਾ, ਇਹ ਮਨ ਸਾਡਾ ਕਹਿੰਦੇ ਕਿੰਨੇ ਥਾਵਾਂ ਤੋਂ ਲੰਘਦਾ ਹੋਇਆ। ਦੇਖੋ ਹੁਣ ਆ ਮਨੁੱਖ ਬਣਿਆ, ਮਨੁੱਖ ਬਣ ਕੇ ਪੁੱਠੇ ਸਿੱਧੇ ਕੰਮ ਕੀਤੇ, ਉਹਨਾਂ ਦਾ ਫਲ ਸੁੱਖ ਦੁੱਖ ਭੋਗਿਆ। ਫਿਰ ਕਹਿੰਦੇ ਉਹਨਾਂ ਸੁੱਖਾਂ ਦੁੱਖਾਂ 'ਚੋਂ ਨਿਕਲ ਕੇ ਚੰਦਰਮਾ ਦੀਆਂ ਕਿਰਨਾਂ ਵਿੱਚ ਚਲਿਆ ਗਿਆ। ਉੱਥੋਂ ਕਹਿੰਦੇ ਫਿਰ ਦੁਬਾਰਾ ਫਸਲਾਂ ਵਿੱਚ ਆਉਂਦਾ। ਵਾਕਿਆ ਹੀ ਫਸਲਾਂ ਤੋਂ ਅੱਗੇ ਹੀ ਸਾਰੇ ਜੀਵ ਪੈਦਾ ਹੁੰਦੇ ਨੇ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਤਿਨਾਂ ਦੁਬਾਰਾ ਅੰਨਣ ਮੈਂ ਆਵੇ। ਚੰਦਰਮਾ ਦੀਆਂ ਕਿਰਨਾਂ ਰਾਹੀਂ ਕਹਿੰਦੇ ਫਸਲਾਂ ਵਿੱਚ ਦਾਣਾ ਬਣ ਜਾਂਦਾ ਹੈ, ਅਨਾਜ ਬਣ ਜਾਂਦਾ ਹੈ। ਚਾਕੀ ਮੂਸਲ ਤੇ ਦੁੱਖ ਪਾਵੇ। ਮੂਸਲ ਹੁੰਦਾ ਜਿਹੜਾ ਆਪਾਂ ਉਖਲੀ ਦੇ ਵਿੱਚ ਮੂੰਗਲੇ ਦੇ ਨਾਲ ਦਾਣੇ ਕੁੱਟਦੇ ਆ ਫਸਲਾਂ ਆਪਣਾ ਮੱਝਾਂ ਦੇ ਵਾਸਤੇ, ਛੋਲੇ ਵਗੈਰਾ ਕੁੱਟਣੇ ਪਹਿਲਾਂ। ਇਹ ਸਾਰੀਆਂ ਉਹਨਾਂ ਸਮਿਆਂ ਦੀਆਂ ਗੱਲਾਂ ਲਿਖੀਆਂ ਨੇ, ਇਸ ਕਰਕੇ ਉਹੋ ਜਿਹੀਆਂ ਚੀਜ਼ਾਂ ਵਰਤੀਆਂ ਜਿਹੜੀਆਂ ਉਦੋਂ ਵਰਤਦੇ ਸੀ ਉਹੀ ਲਿਖੀਆਂ ਗਈਆਂ। ਚੱਕੀ ਦੇ ਵਿੱਚ ਦਾਣੇ ਪੀਸਦੇ ਹਾਂ। ਦੇਖੋ ਫਿਰ ਉਹ ਜੀਵ ਦਾਣਿਆਂ ਵਿੱਚ ਆਇਆ ਤੇ ਚੱਕੀਆਂ ਵਿੱਚ ਪਿਸ ਗਿਆ, ਮੂੰਗਲੀਆਂ ਨਾਲ ਕੁੱਟਿਆ ਗਿਆ। ਅਗਨੀ ਵਿਖੇ ਪਾਵਤ ਫੇਰ, ਭੋਗੇ ਨਾਨਾ ਬਸਤ ਵਡੇਰ। ਫਿਰ ਉਸ ਦੀ ਬਣ ਗਈ ਰੋਟੀ, ਤੇ ਚਾਹੇ ਦਾਲ ਬਣ ਗਈ ਮੂੰਗੀ ਵਗੈਰਾ, ਤੇ ਫਿਰ ਉਹ ਵੀ ਅੱਗ ਦੇ ਉੱਤੇ ਪਕਾਈ ਗਈ ਤੇ ਰੋਟੀ ਵੀ ਅੱਗ ਤੇ ਪਕਾਈ ਗਈ। ਫਿਰ ਦੇਖੋ ਕਹਿੰਦੇ ਜੀਵ ਕਹਿੰਦੇ ਕਿੰਨੇ ਦੁੱਖ ਭੋਗਦਾ। ਪੁਨ ਪ੍ਰਾਨੀ ਕੀ ਦਾੜ ਨਵਾਏ, ਚਿਤ ਬੋ ਪਾਤਨ ਤੇ ਦੁਖ ਪਾਏ। ਫਿਰ ਮਨੁੱਖ ਦੇ ਮੂੰਹ ਵਿੱਚ ਜਾਂਦੀ ਆ ਬੁਰਕੀ, ਦੰਦਾਂ ਵਿੱਚ ਜਾਂਦੀ ਆ, ਫਿਰ ਦੰਦ ਉਹਨੂੰ ਚੱਬ ਚੱਬ ਕੇ ਚਿੱਥ ਕੇ ਬਰੀਕ ਕਰਦੇ ਆ। ਇਹ ਜੀਵ ਹੀ ਤਾਂ ਸਾਰੇ ਜਿਹੜੇ ਨਾ ਦੁੱਖ ਭੋਗ ਰਿਹਾ ਹੈ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਇੱਕ ਹੋਰ ਵੀ ਗੱਲ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਰੂੰ ਦੇ ਵੜੇਵੇਂ ਤੋਂ ਗਿਆਨ ਦੇਣਾ ਕੀਤਾ, ਗੰਨੇ ਤੋਂ ਗਿਆਨ ਦੇਣਾ ਕੀਤਾ। ਜਿਸ ਤਰ੍ਹਾਂ ਗੰਨੇ ਦਾ ਬੀਜ ਗੰਨਾ ਪੈਦਾ ਹੋਇਆ ਔਰ ਗੰਨੇ ਨੂੰ ਕੋਲੂ ਵਿੱਚ ਪੀੜਿਆ ਗਿਆ, ਉਹਦੇ ਰਸ ਨੂੰ ਕੱਢਿਆ ਗਿਆ, ਕੜਾਹਿਆਂ ਵਿੱਚੋਂ ਵਾਲਿਆ ਗਿਆ, ਫਿਰ ਉਹ ਗੁੜ ਬਣਿਆ। ਫਿਰ ਗੁੜ ਬੰਦੇ ਨੇ ਖਾਧਾ, ਫਿਰ ਬੰਦੇ ਨੇ ਉਹ ਗੁੜ ਜਾਂ ਖੰਡ ਜੋ ਵੀ ਖਾਧਾ, ਉਹਦੇ ਅੰਦਰ ਖੂਨ ਬਣਿਆ, ਬਿੰਦ ਬਣੀ। ਫਿਰ ਉਸ ਤੋਂ ਅੱਗੇ ਜਾ ਕੇ ਫਿਰ ਜੀਵ ਪੈਦਾ ਹੋਇਆ। ਕੋਈ ਸਤਨਾਮ ਸੀ। ਇਸੇ ਤਰ੍ਹਾਂ ਹੀ ਜਿਹੜੀ ਰੂਹ ਹੈ, ਵੜੇਵਾ ਹੈ, ਕਹਿੰਦੇ ਵੜੇਵਾ ਬੀਜਿਆ ਉਹਦਾ ਪੌਦਾ ਬਣਿਆ। ਫਿਰ ਉਸ ਤੋਂ ਕਪਾਹ ਪੈਦਾ ਹੋਈ। ਫਿਰ ਕਪਾਹ ਨੂੰ ਜਾ ਕੇ ਬੀਬੀਆਂ ਨੇ, ਮਨੁੱਖਾਂ ਨੇ ਖਿੱਚ ਕੇ ਸਿੱਕਰੀਆਂ 'ਚੋਂ ਕੱਢਿਆ।
ਫਿਰ ਉਸ ਕਪਾਹ ਨੂੰ ਲਿਜਾ ਕੇ ਬੇਲਣੇ ਵਿੱਚ ਬੇਲਿਆ ਗਿਆ, ਉਹਦੇ ਬੜੇਵੇਂ ਅੱਡ ਕੀਤੇ ਗਏ, ਉਹਦੀ ਰੂਹ ਅੱਡ ਕੀਤੀ ਗਈ, ਫਿਰ ਬੜੇਵਿਆਂ ਨੂੰ ਕੋਲੂ ਵਿੱਚ ਪੀੜਿਆ ਗਿਆ, ਫਿਰ ਉਹਨਾਂ ਦਾ ਤੇਲ ਕੱਢਿਆ ਗਿਆ, ਫਿਰ ਉਹ ਤੇਲ ਆਪਾਂ ਸਾਰਿਆਂ ਨੇ ਖਾਧਾ, ਫਿਰ ਖਾ ਕੇ ਸਾਡੇ ਅੰਦਰ ਉਹਦਾ ਖੂਨ ਬਿੰਦ ਬਣਿਆ, ਫਿਰ ਬਿੰਦ ਤੋਂ ਜੀਵ ਬਣੇ। ਕੋ ਸਤਨਾਮ। ਭਾਵੇਂ ਭਾਈ ਗੁਰਦਾਸ ਜੀ ਨੇ ਕਈ ਚੀਜ਼ਾਂ ਤੇ ਆਪਾਂ ਨੂੰ ਗਿਆਨ ਦਿੱਤਾ। ਖੈਰ ਆਪਾਂ ਇਸ ਵਿਸ਼ੇ ਤੇ ਫਿਰ ਵਿਚਾਰ ਕਰਾਂਗੇ। ਤਾਂ ਇਸ ਤਰ੍ਹਾਂ ਇਹ ਸਾਡਾ ਜੀਵ ਜਿਹੜਾ ਹੈ ਇਉਂ ਘੁੰਮਦਾ ਘਮਾਉਂਦਾ ਫਸਲ ਬਣ ਗਿਆ, ਦਾਣੇ ਬਣ ਗਿਆ, ਤੇ ਉਹ ਦਾਣੇ ਫਿਰ ਚੱਕੀਆਂ ਵਿੱਚ ਪੀਸੇ ਗਏ, ਅੱਗ ਦੇ ਉੱਤੇ ਉਹ ਦਾਲਾਂ ਸਬਜ਼ੀਆਂ ਰੋਟੀ ਦੇ ਰੂਪ ਦੇ ਵਿੱਚ ਪਕੌੜੇ ਕੀਤੇ, ਫਿਰ ਉਹਨਾਂ ਨੂੰ ਮਨੁੱਖ ਨੇ ਆਪਣੀਆਂ ਜੜ੍ਹਾਂ ਥੱਲੇ ਲੈ ਕੇ ਕਿਉਂ ਚੱਬਿਆ। ਰਸ ਸੰਗ ਨਸਾ ਮੈਂ ਬਸੈ ਤਨ ਕੋ ਬਹੁਤ ਦੁਖ ਗ੍ਰਸੈ। ਫਿਰ ਉਹਨਾਂ ਦਾ ਰਸ ਜਿਹੜਾ ਹੈ ਸਾਡੇ ਅੰਦਰ ਜਾਂਦਾ। ਅੰਦਰਲਾ ਸਿਸਟਮ ਜਿਹੜਾ ਉਹ ਪਰਮੇਸ਼ਰ ਨੇ ਬਣਾਇਆ, ਆਪਾਂ ਨੂੰ ਤਾਂ ਪਤਾ ਨਹੀਂ ਕਿ ਉਸ ਖਾਧੇ ਹੋਏ ਭੋਜਨ ਤੋਂ ਕਿਵੇਂ ਖੂਨ ਬਣਦਾ, ਕਿਵੇਂ ਬੰਦ ਬਣਦੀ ਆ, ਕਿਵੇਂ ਹੋਰ ਅਨੇਕਾਂ ਤਰ੍ਹਾਂ ਦੇ ਰਸ ਬਣਦੇ ਆ। ਕੋਈ ਸਤਨਾਮ। ਸਾਡੀਆਂ ਨਾੜੀਆਂ ਦੇ ਵਿੱਚ ਜਾ ਕੇ ਕਹਿੰਦੇ ਉਹ ਫਿਰ ਉਧਰ ਵਿਖੇ ਜਠ ਆਗਨ ਤੇਜ, ਪੇਟ ਦੀ ਅੱਗ ਫਿਰ ਕਿੰਨੀ ਤੇਜ਼ ਆ, ਖਾਧੇ ਹੋਏ ਨੂੰ ਫਿਰ ਕਹਿੰਦੇ ਉਹ ਵੀ ਬਾਲਦੀ ਆ ਅੰਦਰ ਜਾ ਕੇ। ਕੋਈ ਪਚਾਉਂਦੀ ਆ ਜਦੋਂ ਉਹ ਸਿਸਟਮ ਦਾ ਉਸ ਨੂੰ ਪਤਾ। ਜਿਹਦੀ ਪੇਟ ਦੀ ਅਗਨੀ ਮੱਠੀ ਪੈ ਜਾਵੇ ਉਹਦੀ ਪਾਚਨ ਕਿਰਿਆ ਖਰਾਬ ਹੋ ਜਾਂਦੀ ਆ, ਉਹਨੂੰ ਕਹਿੰਦੀ ਹੈ ਪੇਟ ਦੀ ਅਗਨੀ ਦਾ ਮੱਠਾ ਪੈਣਾ। ਇਹ ਦੇਸੀ ਵੈਦਾਂ ਨੂੰ ਪਤਾ। ਕੋਈ ਸਤਨਾਮ। ਤੋ ਪੇਟ ਦੇ ਵਿੱਚ ਇੱਕ ਅੱਗ ਹੈ ਜਿਹੜੀ ਸਾਡੇ ਖਾਧੇ ਹੋਏ ਨੂੰ ਪਚਾਉਂਦੀ ਹੈ, ਉਬਾਲਦੀ ਹੈ। ਫਿਰ ਸਾਡੀਆਂ ਨਾੜਾਂ ਦੇ ਵਿੱਚ ਜਦੋਂ ਬੁਰਕੀ ਲੰਘਦੀ ਹੈ ਤੇ ਫਿਰ ਨਾੜਾਂ ਜਿਹੜੀਆਂ ਸਾਡੀਆਂ ਨਬਜ਼ਾਂ ਇੱਦਾਂ ਕਰਦੀਆਂ ਨਾ, ਇਹ ਸਾਰੀ ਉਸ ਭੋਜਨ ਨੂੰ ਪਚਾਉਣ ਦੀ ਕਿਰਿਆ ਹੀ ਆ। ਕੋਈ ਸਤਨਾਮ। ਖੂਨ ਨੂੰ ਧੱਕਣਾ ਉਹ ਵੀ ਇੱਦਾਂ ਕਰਨਾ, ਭਾਵ ਸਾਰੀਆਂ ਨਾੜੀਆਂ ਇੱਦਾਂ ਕਰਦੀਆਂ। ਚਾਹੇ ਉਹ ਸਾਡੀ ਭੋਜਨ ਨਾੜੀ ਆ, ਉਹ ਵੀ ਜਿਵੇਂ ਜਿਵੇਂ ਖਾਧੀ ਬੁਰਕੀ ਨੂੰ ਗਾਂਹ ਧੱਕਦੀ ਆ, ਉਹ ਨੱਪਦੀ ਖੁੱਲਦੀ ਆ। ਕੋਈ ਸਤਨਾਮ। ਇਹੀ ਗਾਂਹ ਜਾ ਕੇ ਮਿਹਦਾ ਕਰਦਾ, ਉਹ ਵੀ ਉਹਨੂੰ ਘੁੱਟਦਾ, ਉਹਨੂੰ ਨੱਪਦਾ, ਨੱਪ ਕੇ ਉਹਦੇ ਵਿੱਚ ਜਿਹੜਾ ਰਸਾ ਹੁੰਦਾ ਉਹ ਵਿੱਚੋਂ ਨਿਚੋੜਨਾ, ਉਹਦੀ ਜਾਲੀ ਬਣੀ ਹੈ ਤੇ ਰਸ ਬਾਹਰ ਨਿਕਲ ਜਾਂਦਾ, ਫੋਕੜ ਉਹਦੇ ਵਿੱਚ ਦੀ ਗਾਂਹ ਲੰਘ ਜਾਂਦਾ। ਕੋਈ ਸਤਨਾਮ। ਉਹ ਜਿਹੜਾ ਰਸ ਨਿਕਲਿਆ ਉਹ ਫਿਰ ਪਤਾ ਨਹੀਂ ਪਰਮੇਸ਼ਰ ਜਾਣੇ ਅੰਦਰ ਕੋਈ ਸਿਸਟਮ ਹੈ, ਉਸ ਪਾਸੇ ਜਾਂਦਾ, ਉੱਥੇ ਖੂਨ ਬਣ ਜਾਂਦਾ, ਉਹ 'ਚੋਂ ਸ਼ੁੱਧ ਰਸ ਹੈ ਜਿਹੜਾ ਹੋਰ ਸ਼ੁੱਧ ਰਸ ਹੈ ਉਹ 'ਚੋਂ ਬਿੰਦ ਬਣ ਜਾਂਦਾ। ਉਹ ਅਲੱਗ-ਅਲੱਗ ਖਾਨਿਆਂ ਦੇ ਵਿੱਚ ਜਮ੍ਹਾਂ ਕਰਦਾ, ਖੂਨ ਦੇ ਵਿੱਚ ਖੂਨ ਮਿਲਾ ਦਿੰਦਾ, ਬਿੰਦ ਨੂੰ ਬਿੰਦ 'ਚ ਰੱਖ ਦਿੰਦਾ ਪਰਮੇਸ਼ਰ। ਕੋ ਸਤਨਾਮ। ਸਾਰੀ ਖੇਡ ਮਨੁੱਖ ਦੇ ਅੰਦਰ ਦੀ ਭਾਈ ਸਾਹਿਬ ਜੀ ਦੱਸ ਰਹੇ ਹਨ। ਕਹਿੰਦੇ ਉਧਰ ਵਿਖੇ ਜਠ ਆਗਨ ਤੇਜ, ਤੈਂ ਸੰਕਟ ਲਹੈ ਅਸਨ ਅਮੇਜ। ਉੱਥੇ ਕਹਿੰਦੇ ਫਿਰ ਪਤਾ ਨਹੀਂ ਇਹ ਜੀਵ ਕਿੰਨੇ ਦੁੱਖ ਭੋਗਦਾ। ਭਾਵੇਂ ਦੇ ਵਿੱਚੇ ਜੀਵ ਹੈ, ਜੀਵੇ ਦੇ ਵਿੱਚ ਹੀ ਹੈ ਨਾ। ਮਾਂ ਕੀ ਰਾਕਤ ਪਿਤਾ ਬਿੰਦ ਧਾਰਾ, ਉਹਨਾਂ ਦੋਨਾਂ ਨੂੰ ਮਿਲਾ ਕੇ ਤਾਂ ਆਪਾਂ ਸਾਰਿਆਂ ਦੇ ਸਰੀਰ ਬਣੇ ਆ। ਕੋਈ ਸਤਨਾਮ। ਇਹਨਾਂ ਦੇ ਵਿੱਚ ਹੀ ਉਹ ਜੀਵ ਆਤਮਾ ਤੁਰੀ ਫਿਰਦੀ ਆ। ਕਹਿੰਦੇ ਕਿੰਨੇ ਦੁੱਖ ਭੋਗਦੀ ਹੈ। ਪੁਨ ਰਸ ਸੰਗ ਨਸਾ ਮੈਂ ਬਸੈ ਤਨ ਕੋ ਰੁਤਰ ਬਹੁਤ ਦੁਖ ਗ੍ਰਸੈ। ਫਿਰ ਸਾਡੀਆਂ ਨਸਾਂ ਦੇ ਵਿੱਚ ਬਰੀਕ ਤੋਂ ਬਰੀਕ ਨਸਾਂ, ਮੋਟੀ ਤੋਂ ਮੋਟੀਆਂ ਨਾੜੀਆਂ, ਇਹਨਾਂ ਦੇ ਵਿੱਚ ਖੂਨ ਬਣ ਕੇ ਤੁਰਿਆ ਫਿਰਦਾ, ਗੇੜੇ ਖਾਂਦਾ ਬਹਿੰਦਾ ਹੈ। ਪਤਾ ਨਹੀਂ ਕਿੰਨੇ ਦੁੱਖ ਭੋਗਣੇ ਪੈਂਦੇ ਆ, ਜਕੜਿਆ ਰਹਿੰਦਾ ਦੁੱਖਾਂ 'ਚ। ਬਹੁਰੀ ਸਰਵਨਤੀ ਆਮਕ ਬਨੇ ਤਹਾਂ ਪਹੁੰਚ ਬੜ ਸੰਕਟ ਸਨੈ। ਫਿਰ ਉਹਦੇ ਵਿੱਚੋਂ ਉਸੇ ਸ਼ਰੋਣ ਭਾਵ ਖੂਨ ਤੋਂ ਮਾਸ ਬਣਦਾ ਸਾਡਾ। ਦੇਖੋ ਨਾ ਪਹਿਲਾਂ ਬਚਪਨ ਵਿੱਚ ਛੋਟੇ ਜਿਹੇ ਸੀਗੇ ਤੇ ਐਡੇ ਵੱਡੇ ਆਪਾਂ ਹੋਏ, ਤੇ ਇਹ ਕਾਹਦੇ ਨਾਲ ਬਣੇ? ਉਸੇ ਦਾਣੇ ਨਾਲ ਹੀ। ਕੋ ਸਤਨਾਮ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਪਾਣੀ ਦੇ ਵਿੱਚ ਵੀ ਜਾਨ ਹੈ, ਦਾਣਿਆਂ ਵਿੱਚ ਵੀ ਸਾਡੀ ਜਾਨ ਹੈ। ਕੋ ਸਤਨਾਮ। ਇਸ ਕਰਕੇ ਪ੍ਰੀਤਮ ਜੀ ਕਹਿੰਦੇ, ਫਿਰ ਕਹਿੰਦੇ ਇਹ ਖੂਨ ਤੋਂ ਮਾਸ ਬਣਦਾ ਹੈ ਤੇ ਸਾਡੇ ਸਰੀਰ ਦੇ ਵਿੱਚ ਫਿੱਟ ਹੁੰਦਾ, ਜਿਹੜਾ ਵਾਧਾ ਘਟਦਾ ਮਾਸ ਦਾ ਹਿੱਸਾ, ਇਹ ਵੀ ਦੁੱਖ ਭੋਗਦਾ ਹੈ। ਸਨੇ ਸਨੇ ਪੁਨ ਮੀਦ ਮਜਾਰਾ ਤਾਹੇ ਬਸੇ ਸਭ ਰੀਤ ਦੁਖਾਰਾ। ਔਰ ਅੰਦਰ ਮਿੱਝ ਬਣਦੀ ਆ, ਚਰਬੀ ਬਣਦੀ ਆ। ਇਹ ਸਾਰੇ ਸਾਡੀ ਜੀਵ ਆਤਮਾ ਜਿਹੜੀ ਆ, ਮਨ ਜਿਹੜਾ ਹੈ, ਇਸ ਤਰ੍ਹਾਂ ਚੱਕਰ ਦੇ ਨਾਲ ਘੁੰਮ ਰਿਹਾ। ਪਾਣੀ ਵੀ ਚੱਕਰ ਖਾਂਦਾ ਹੈ ਨਾ। ਜਿਹੜਾ ਪਾਣੀ ਸਮੁੰਦਰਾਂ ਵਿੱਚ ਪਿਆ ਉਹ ਗਰਮੀ ਨਾਲ ਉੱਡਦਾ, ਉਹ ਭਾਫ ਬਣਦਾ ਹੈ। ਭਾਫ ਬਣ ਕੇ ਤਾਹਾਂ ਜਾਂਦਾ ਹੈ, ਉੱਡਦਾ ਉੱਡਦਾ ਹਲਕਾ ਹੋਇਆ ਸੂਰਜ ਤੋਂ ਗਾਂਹ ਟੱਪ ਜਾਂਦਾ ਹੈ ਤੇ ਗਾਂਹ ਜਾ ਕੇ ਠੰਡਾ ਹੋ ਜਾਂਦਾ ਹੈ, ਤੇ ਠੰਡਾ ਹੋ ਕੇ ਫਿਰ ਇਹ ਪਾਣੀ ਬਣ ਜਾਂਦਾ ਹੈ, ਤੇ ਪਾਣੀ ਬਣ ਕੇ ਫਿਰ ਇਹ ਬੱਦਲ ਬਣਦਾ ਹੈ, ਫਿਰ ਬੱਦਲ ਬਣ ਕੇ ਦੁਨੀਆ 'ਤੇ ਵਰਦਾ ਹੈ, ਤੇ ਵਰ ਕੇ ਦੁਨੀਆ ਨੂੰ ਸੁੱਖ ਵੀ ਦਿੰਦਾ ਹੈ। ਪਰ ਇਹਨੂੰ ਕਿੰਨੇ ਜਫਰ ਜਲਣੇ ਪੈਂਦੇ ਆ।
ਨਲੀਆਂ ਨਾਲਿਆਂ ਟੋਭਿਆਂ ਦੇ ਵਿੱਚ ਘੁੰਮਦਾ ਘੁਮਾਉਂਦਾ, ਪਹਾੜਾਂ ਦੇ ਵਿੱਚ ਵੱਜਦਾ, ਇੱਧਰ ਉੱਧਰ, ਫਿਰ ਵਿਚਾਰਾ ਜਾ ਕੇ ਸਮੁੰਦਰ 'ਚ ਵੜਦਾ। ਕਹੋ ਸਤਿਨਾਮ। ਫਿਰ ਸਮੁੰਦਰ ਨੂੰ ਫਿਰ ਗਰਮੈਸ਼ ਲੱਗਦੀ ਹੈ ਅਤੇ ਉਹ ਸੂਰਜੇ ਨੂੰ ਫਿਰ ਉਡਾਉਂਦਾ, ਚੱਲ ਬਈ ਦੁਬਾਰਾ ਚੱਕਰ ਖਾਏ, ਪਾਣੀ ਦਾ ਚੱਕਰ ਦੁਨੀਆ ਨੂੰ ਚਲਾ ਰਿਹਾ। ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਸਾਡਾ ਚੱਕਰ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਬੜੇ ਲੰਮੇ ਸਮੇਂ ਤੋਂ ਬਾਅਦ ਤੁਹਾਨੂੰ ਦੇਹੀ ਬਣਾ ਕੇ ਦਿੱਤੀ ਹੈ। ਹੁਣ ਤੁਹਾਡਾ ਪਰਮੇਸ਼ਰ ਵੱਲ ਜਾਣ ਦਾ ਸਮਾਂ ਹੈ। ਪਾਪ ਅਤੇ ਪੁੰਨ, ਸੁੱਖ ਅਤੇ ਦੁੱਖ, ਇਹਨਾਂ ਦੋਹਾਂ ਤੋਂ ਉੱਤੇ ਹੈ ਨਾਮ। ਜਿਹੜਾ ਪਰਮੇਸ਼ਰ ਨਾਲ ਜੁੜ ਗਿਆ ਉਹ ਇਹਨਾਂ ਸੁੱਖਾਂ ਦੁੱਖਾਂ ਨੂੰ ਇੱਥੇ ਹੀ ਕਲੀਅਰ ਕਰਕੇ ਅਤੇ ਸਦਾ ਸਦਾ ਲਈ ਪਰਮੇਸ਼ਰ ਵਿੱਚ ਮਿਲ ਜਾਂਦਾ ਹੈ। ਅਤੇ ਦੂਜੇ ਜੀਵ ਇਉਂ ਨਰਕਾਂ ਸਵਰਗਾਂ ਨੂੰ ਭੋਗਦੇ ਭੋਗਦੇ ਦੁਬਾਰਾ ਫਿਰ ਚੱਕਰ 'ਚ ਆ ਜਾਂਦੇ ਆ, ਇਉਂ ਗੇੜਾ ਪੈਂਦਾ ਰਹਿੰਦਾ। ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਇਹ ਜੀਵ ਜਿਹੜਾ ਹੈ ਸਣੇ ਸਣੇ ਪੁੰਨ ਮੇਦ ਮਝਾਰਾ, ਚਰਬੀ ਵਿੱਚ ਬਣ ਗਈ, ਮਿੱਝ ਬਣ ਗਈ, ਅੰਦਰ ਖੂਨ ਬਣ ਗਿਆ, ਤਾਹੇ ਬਸੈ ਸਭ ਰੀਤ ਦੁਖਾਰਾ। ਅਤੇ ਉੱਥੇ ਵੀ ਕਿਹੜਾ ਸੌਖਾ ਇਹ, ਉੱਥੇ ਵੀ ਦੁਖੀ ਆ। ਫਿਰ ਕੀ ਹੁੰਦਾ ਹੈ? ਅਸਤੀ ਨੇ ਮਸਕਲ ਤਪਾਏ, ਇਮਹੀ ਸਬਤ ਤਾਤ ਮੋਹਿ ਜਾਏ। ਫਿਰ ਕਹਿੰਦੇ ਹੱਡੀਆਂ ਵੀ ਇਹ ਬਣਦਾ ਹੈ, ਹੱਡੀਆਂ ਦੇ ਵਿੱਚ ਦੀ ਟੱਪਦਾ ਹੈ। ਹੱਡੀਆਂ ਸਾਡੀਆਂ ਹੱਡੀਆਂ ਵਿੱਚੋਂ ਥੋਥੀਆਂ ਤੁਸੀਂ ਕਿਸੇ ਨੇ ਵੇਖੀਆਂ ਹੋਣੀਆਂ ਆਪਰੇਸ਼ਨ ਕਰਨ ਵੇਲੇ ਡਾਕਟਰਾਂ ਨੇ, ਤਾਂ ਵਿੱਚੋਂ ਥੋਥੀਆਂ ਵਿੱਚ ਇਹਦੇ ਜਾਲੀ ਜੀ ਬਣੀ ਹੋਈ ਆ, ਉਹਨਾਂ ਜਾਲੀਆਂ ਦੇ ਵਿੱਚ ਦੀ ਖੂਨ ਟੱਪਦਾ, ਹੱਡੀਆਂ ਦੇ ਵਿੱਚ ਵੀ ਖੂਨ ਜਿਹੜਾ ਹੈ ਘੁੰਮਦਾ। ਇਹ ਜੀਵ ਵੀ ਘੁੰਮਦਾ। ਸਾਡੀ ਜਾਨ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੇ ਜੂੜੇ ਤੱਕ ਘੁੰਮਦੀ ਹੈ। ਅਤੇ ਇਸ ਤਰ੍ਹਾਂ ਸਾਡੇ ਅੰਦਰ ਪਤਾ ਨਹੀਂ ਕਿੰਨੇ ਜੀਵ ਵੱਸਦੇ ਆ। ਕਹੋ ਸਤਿਨਾਮ। ਪ੍ਰੀਤਮ ਜੀ ਬਾਰੇ ਲਿਖਦੇ ਹਨ ਬਾਣੀ ਦੇ ਵਿੱਚ ਸਤਿਗੁਰੂ, ਪਾਰ ਬ੍ਰਹਮ ਕੀ ਦੇਹ ਮੋਹ, ਕੋਟ ਕੇ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋੜ ਜਲੇਸ। ਪਰਮੇਸ਼ਰ ਦੇ ਸਰੂਪ ਵਿੱਚ, ਪਰਮੇਸ਼ਰ ਦੇ ਵਿਰਾਟ ਸਰੀਰ ਦੇ ਵਿੱਚ, ਕੁਦਰਤ ਪਰਮੇਸ਼ਰ ਦਾ ਸਰੀਰ ਹੈ ਸਾਰਾ ਬ੍ਰਹਿਮੰਡ। ਇਸ ਪਰਮੇਸ਼ਰ ਦੇ ਬ੍ਰਹਿਮੰਡ ਦੇ ਵਿੱਚ ਪਤਾ ਨਹੀਂ ਕਿੰਨੇ ਜੀਵ ਲੱਗਦੇ ਵੱਸਦੇ ਹਨ। ਕਿਤਨੇ ਬ੍ਰਹਮਾ ਵਿਸ਼ਨੂੰ ਮਹੇਸ਼ ਹੈ, ਕਿਤਨੇ ਨਦੀਆਂ ਨਾਲੇ ਵਗਦੇ ਆ, ਕਿਤਨੇ ਇਹਦੇ ਵਿੱਚ ਸੂਰਜ ਚੜ੍ਹਦੇ ਆ, ਕਿਤਨੇ ਚੰਦਰਮਾ ਚੜ੍ਹਦੇ ਆ। ਇਹ ਉਹਦੀਆਂ ਉਹ ਜਾਣੇ, ਪਰ ਉਹਦੀ ਦੇਹ ਦੇ ਵਿੱਚ ਬਹੁਤ ਕੁਝ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ। ਅਤੇ ਫਿਰ ਪੀਪਾ ਜੀ ਨੂੰ ਪੁੱਛਿਆ, ਉਹ ਕਹਿੰਦੇ ਜਿੰਨਾ ਬ੍ਰਹਿਮੰਡ ਵਿੱਚ ਆ ਉਹਨਾਂ ਤੇਰੇ ਇਕੱਲੇ ਇਕੱਲੇ ਸਰੀਰ ਵਿੱਚ ਵੀ ਆ। ਕਹੋ ਸਤਿਨਾਮ। ਜੋ ਖੋਜੈ ਸੋ ਪਾਵੈ। ਜਿਹੜਾ ਇਸ ਪਾਸੇ ਚੱਲ ਪਿਆ ਉਹਨੂੰ ਇਹਦੇ ਬਾਰੇ ਗਿਆਨ ਹੋਣਾ ਲੱਗ ਜਾਊਗਾ, ਕਿਉਂਕਿ ਗਿਆਨ ਤਾਂ ਜਿੱਧਰ ਤੁਹਾਡੀ ਸੁਰਤ ਚੱਲ ਪਈ ਉੱਧਰੋਂ ਹੀ ਇਹਨੇ ਪਰਦੇ ਖੋਲ੍ਹਦੇ ਤੁਰੇ ਜਾਣਾ। ਖੇਤੀਬਾੜੀ ਕਰਨੀ ਪੈ ਗਿਆ ਤਾਂ ਉਹਦਾ ਗਿਆਨ ਹੋ ਜਾਊਗਾ, ਵਰਕਸ਼ਾਪ ਕਰਨੀ ਪੈ ਗਿਆ ਉਹਦਾ ਗਿਆਨ ਹੋ ਜਾਊਗਾ, ਡਾਕਟਰੀ ਕਰਨੀ ਪੈ ਗਿਆ ਉਹਦਾ ਗਿਆਨ ਹੋ ਜਾਊਗਾ। ਅਤੇ ਬ੍ਰਹਮ ਗਿਆਨੀ ਇਹਦੇ ਗਿਆਨ 'ਚ ਪੈ ਜਾਂਦੇ ਆ। ਭਗਤ ਪੀਪੇ ਵਰਗੇ ਸਾਰੇ ਭਗਤ, ਉਹਨਾਂ ਨੇ ਇਹਦਾ ਗਿਆਨ ਪ੍ਰਾਪਤ ਕੀਤਾ, ਉਹਨਾਂ ਨੇ ਇਹਦੀਆਂ ਪਰਤਾਂ ਖੋਲ੍ਹਤੀਆਂ। ਕਹੋ ਸਤਿਨਾਮ। ਇਹ ਤਾਂ ਸਾਡੀ ਮਨ ਦੀ ਪਹੁੰਚ ਹੈ। ਮਨ ਵਿੱਚ ਪਿੱਛੇ ਪੜ੍ਹੇ ਆਪਾਂ ਕਿੰਨੀ ਤਾਕਤ ਹੈ, ਮਨ ਕੁਛ ਵੀ ਕਰ ਸਕਦਾ ਹੈ। ਇਉਂ ਫਿਰ ਇਹ ਜੀਵ ਸਾਡੀਆਂ ਹੱਡੀਆਂ ਦੇ ਵਿੱਚ ਵੀ ਬੜੀ ਮੁਸ਼ਕਿਲ ਪਾਉਂਦਾ ਹੈ, ਨਾੜਾਂ ਦੇ ਵਿੱਚੋਂ ਦੀ ਲੰਘਦਾ ਹੈ। ਇਵੇਂ ਹੀ ਸਬਤ ਧਾਤ ਮਹਿ ਜਾਏ, 7 ਧਾਤਾਂ ਬਣ ਜਾਂਦੀਆਂ। ਭਾਵ ਸਰੀਰ ਦੇ ਵਿੱਚ 7 ਚੀਜ਼ਾਂ ਵਿੱਚ ਵੰਡਿਆ ਜਾਂਦਾ। ਖੂਨ, ਮਿੱਝ, ਬਿੰਦ, ਚਮੜੀ, ਮਾਸ, ਚਰਬੀ ਆਦਿ ਆਦਿ, ਬਾਲ, ਸਾਡੇ ਨਹੁੰ, ਹੱਡੀਆਂ, ਇਹ ਸਾਰੀਆਂ 7 ਧਾਤਾਂ ਵਿੱਚ ਸਾਡਾ ਜਿਹੜਾ ਖਾਧਾ ਹੋਇਆ ਖਾਣਾ ਵੰਡਿਆ ਗਿਆ। ਜਿਹੜਾ ਖਾਣਾ ਦਾਣਿਆਂ ਤੋਂ ਲਿਆ ਅਸੀਂ। ਕਹੋ ਸਤਿਨਾਮ। ਅਤੇ ਦਾਣੇ ਵਿੱਚ ਕਹਿੰਦੇ ਜੀਵ ਆਇਆ ਚੰਦਰਮਾ ਦੀਆਂ ਕਿਰਨਾਂ ਤੋਂ। ਇਹ ਦਾਣੇ ਵਿੱਚ ਤਾਕਤ ਆਈ, ਉਹ ਦਾਣਾ ਅਸੀਂ ਖਾਧਾ, ਸਾਡੇ ਅੰਦਰ 7 ਚੀਜ਼ਾਂ ਬਣ ਗਿਆ ਜੀ। ਪੁਨ ਵੀਰਜ ਕੇ ਮਿਲ ਕੇ ਸੰਗ, ਪ੍ਰਾਨੀ ਕੇ ਉਪਜਾਏ ਅਨੰਗ। ਫਿਰ ਉਹ ਮਨ, ਉਹ ਜੀਵ ਜਿਹੜਾ ਬੜਾ ਸੂਖਮ ਹੈ, ਉਹ ਬਿੰਦ ਵਿੱਚ ਚਲਿਆ ਗਿਆ। ਅਤੇ ਉਹ ਬਿੰਦ ਅੱਗੇ ਗੁਰੂ ਪਿਆਰਿਓ ਦੋਨਾਂ ਦੇ ਮਿਲਾਪ ਦੇ ਨਾਲ ਮਾਤਾ ਪਿਤਾ ਦੇ ਰਾਹੀਂ ਬੱਚੇ ਦੇ ਰੂਪ ਦੇ ਵਿੱਚ ਅੰਗ ਬਣਨੇ ਸ਼ੁਰੂ ਹੋ ਗਏ ਜੀ। ਤੈਨੋ ਮਾਸ ਬਾਸ ਕੋ ਪਾਏ, ਦੁਖ ਭੋਗੇ ਬਨ ਸਿਰ ਤਰਵਾਏ। ਫੇਰ ਦੇਖੋ ਬੱਚਾ ਮਾਂ ਦੇ ਪੇਟ ਵਿੱਚ ਪੁੱਠਾ ਲਮਕਦਾ ਹੈ। ਕਹੋ ਸਤਿਨਾਮ। 9 ਮਹੀਨੇ ਦੇਖੋ ਜੀ, ਫਿਰ ਮਾਂ ਦੇ ਪੇਟ ਵਿੱਚ ਪੁੱਠਾ ਲਮਕਿਆ। ਅਤੇ ਪੁੱਠਾ ਲਮਕਿਆ ਜਦੋਂ, ਤੇ ਇਸ ਗੱਲ ਨੂੰ ਬਾਣੀ ਵਿੱਚ ਲਿਖਦੇ ਆ ਪਾਤਸ਼ਾਹ, ਉੱਥੇ ਕਹਿੰਦੇ ਤੂੰ ਪਰਮੇਸ਼ਰ ਨੂੰ ਯਾਦ ਕਰਦਾ ਸੀਗਾ। ਸਿਰ ਤਲ ਹੈ, ਪੈਰ ਉੱਪਰ ਹੈ,
ਬਸੰਦੋ ਕੁਹੱਥੜ ਥਾਏ ਸੋ ਧਣੀ ਕਿਉਂ ਵਿਸਾਰਿਓ ਉਧਰ ਜਿਸ ਦੇ ਨਾਏ। ਉੱਥੋਂ ਤੂੰ ਬਚ ਕੇ ਨਿਕਲਿਆ ਪਰਮੇਸ਼ਰ ਦਾ ਨਾਮ ਜਪ ਕੇ, ਨਹੀਂ ਤਾਂ ਬੜੀ ਭਿਆਨਕ ਅੱਗ ਹੈ ਮਾਂ ਦੇ ਪੇਟ ਵਿੱਚ। ਸਾਰੀਆਂ ਖਾਧੀਆਂ ਪੀਤੀਆਂ ਰੋਟੀਆਂ ਹੋਰ ਭੋਜਨ ਸਭ ਗਲ ਜਾਂਦੇ ਆ, ਲੇਕਿਨ ਬੱਚਾ ਨਹੀਂ ਗਲਦਾ, ਕਿਉਂਕਿ ਬੱਚੇ ਨੂੰ ਨਾਮ ਦੀ ਪਾਵਰ ਮਿਲੀ ਹੁੰਦੀ ਹੈ ਉੱਥੇ। ਕਹੋ ਸਤਿਨਾਮ। ਉਸ ਜੀਵ ਨੂੰ, ਜਿਹੜਾ ਜੀਵ ਦੇਖੋ ਦਾਣਿਆਂ ਤੋਂ ਘੁੰਮਦਾ ਘੁਮਾਉਂਦਾ ਕਿੱਥੇ ਪਹੁੰਚ ਗਿਆ। ਇੱਕ ਸਾਇੰਸ ਹੈ ਇਹ, ਮਹਾਂਪੁਰਸ਼ਾਂ ਦੀ ਸਾਇੰਸ ਹੈ, ਪਰਮੇਸ਼ਰ ਦੇ ਪਿਆਰਿਆਂ ਦੀ ਸਾਇੰਸ ਹੈ। ਕਹੋ ਸਤਿਨਾਮ। ਤੇ ਡਾਕਟਰਾਂ ਲੋਕਾਂ ਨੇ ਤਾਂ ਬਾਅਦ ਦੇ ਵਿੱਚ ਇਹਦਾ ਗਿਆਨ ਪ੍ਰਾਪਤ ਕੀਤਾ, ਪਰ ਸਤਿਗੁਰਾਂ ਨੇ ਪਹਿਲਾਂ ਲਿਖਿਆ। ਮੈਂ ਬੇਨਤੀ ਕਰਦਾ ਕਿ ਤੁਸੀਂ ਬਾਬੇ ਨਾਨਕ ਦੀ ਜਨਮ ਸਾਖੀ ਮੱਕੇ ਵੱਲ ਜ਼ਰੂਰ ਪੜ੍ਹ ਕੇ ਦੇਖਿਓ। ਉਹਦੇ ਵਿੱਚ ਕੱਲੇ ਕੱਲੇ ਜਿੰਨੀਆਂ ਫਸਲਾਂ ਹੈ ਨਾ, ਕਪਾਹ ਹੋਈ, ਗੰਨਾ ਹੋਇਆ, ਸਰੋਂ ਦਾ ਤੇਲ ਹੋਇਆ, ਸਰੋਂ ਦਾ ਦਾਣਾ ਹੋਇਆ, ਕਣਕ ਹੋਈ, ਇਹਨਾਂ ਸਾਰਿਆਂ ਬਾਰੇ ਹੀ ਗਿਆਨ ਦੇ ਦੇ ਕੇ ਦੱਸਿਆ ਕਿ ਦੇਖੋ ਇਹ ਜੀਵ ਕਿੱਥੋਂ ਕਿੱਥੋਂ ਟੱਪ ਕੇ ਕੋਹਲੂਆਂ ਵਿੱਚ ਦੀ ਪੀੜਦਾ ਆਪਣੇ ਆਪ ਨੂੰ ਆਹ ਬਣਿਆ ਸੀਗਾ, ਇਹ ਬਣ ਕੇ ਘਰੇ ਜਾਣਾ ਸੀਗਾ। ਪਰਮੇਸ਼ਰ ਦੀ ਕਿਰਪਾ ਤੇ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ, ਆਹ ਮਨੁੱਖਾਂ ਦੇ ਹੀ ਮਿਲੀ ਇੱਧਰ ਆ ਕੇ। ਤੇ ਕਈ ਭੋਜਨ ਆਪਾਂ ਬੇਹੇ ਹੋਣ ਕਰਕੇ ਕੁੱਤਿਆਂ ਨੂੰ ਪਾਤੇ, ਉਹਨੂੰ ਮਨੁੱਖ ਜਾਮਾ ਨਹੀਂ ਮਿਲਿਆ। ਕਹੋ ਸਤਿਨਾਮ। ਜਿਹੜੇ ਭੋਜਨ ਆਪਾਂ ਪਸ਼ੂਆਂ ਨੂੰ ਪਾਤੇ ਉਹ ਟੇਡੀਆਂ ਜੁੰਨਾਂ ਵਿੱਚ ਚਲੇ ਗਏ, ਜੀਵ ਤਾਂ ਉੱਥੇ ਬਣਿਆ ਹੋਊਗਾ ਨਾ। ਜਿਹੜਾ ਭੋਜਨ ਆਪਾਂ ਖਾਧਾ ਨਹੀਂ ਮਨੁੱਖ ਨੇ, ਉਹਨਾਂ ਜੀਵਾਂ ਨੂੰ ਮਨੁੱਖ ਜਾਮਾ ਨਹੀਂ ਮਿਲਿਆ। ਕਹੋ ਸਤਿਨਾਮ। ਜਿਹੜਾ ਭੋਜਨ ਆਪਾਂ ਪਸ਼ੂਆਂ ਨੂੰ ਪਾਤਾ, ਪੰਛੀਆਂ ਨੂੰ ਪਾਤਾ, ਉੱਥੇ ਉਹ ਜੀਵ ਉਹਨਾਂ ਜੁਨੀਆਂ ਵਿੱਚ ਚਲੇ ਗਏ। ਤੇ ਧਨ ਹੈ ਉਹ ਦਾਣਾ ਜਿਹੜਾ ਆਪਾਂ ਖਾਧਾ। ਕਹੋ ਸਤਿਨਾਮ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਫਿਰ ਕੀ ਹੋਇਆ, 9 ਮਹੀਨੇ ਮਾਂ ਦੇ ਉਦਰ ਵਿੱਚ ਇਹਨੇ ਦੁੱਖ ਭੋਗਿਆ। ਸਿਰ ਤਲੇ ਪੈਰ ਉੱਪਰ ਹੈ, ਬਸੰਦੋ ਕੁਹੱਥੜ ਥਾਏ ਸੋ ਧਣੀ ਕਿਉਂ ਵਿਸਾਰਿਓ ਉਧਰ ਜਿਸ ਦੇ ਨਾਏ। ਉੱਥੇ ਭਿਆਨਕ ਅਗਨੀ ਦੇ ਵਿੱਚ ਤੂੰ ਪਰਮੇਸ਼ਰ ਨੂੰ ਯਾਦ ਕਰਦਾ ਸੀ। ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉੱਥੇ ਮਾਂ ਦੀ ਪਹੁੰਚ ਵੀ ਨਹੀਂ। ਮਾਂ ਦੀ ਉਧਰ ਵਿੱਚ ਹੈ, ਲੇਕਿਨ ਮਾਂ ਉੱਥੇ ਕੁਝ ਨਹੀਂ ਕਰ ਸਕਦੀ, ਕੇਵਲ ਅਰਦਾਸ ਕਰ ਸਕਦੀ ਹੈ ਕਿ ਤੂੰ ਹੀ ਕਿਰਪਾ ਕਰ। ਕਹੋ ਸਤਿਨਾਮ। ਉੱਥੇ ਫਿਰ 9 ਮਹੀਨੇ ਬੱਚਾ ਪੁੱਠਾ ਲਮਕਦਾ ਹੈ, ਉੱਥੇ ਇਹਦੀ ਵਧਣਾ ਫੁੱਲਣਾ ਹੁੰਦਾ ਹੈ, ਇਹਦੇ ਅੰਗ ਪੂਰੇ ਬਣਦੇ ਹੈ। ਤੇ ਉਹ ਅੰਗ ਜਿਹੜੇ ਹਨ ਜੋ ਮਾਂ ਨੇ ਦੇਖਿਆ ਉਸ ਤਰ੍ਹਾਂ ਦੇ ਨਾਲ ਉਹ ਤਿਆਰ ਹੁੰਦੇ ਜਾਂਦੇ ਹਨ। ਉੱਥੇ ਫਿਰ ਹੁਣ ਗੁਰੂ ਪਿਆਰਿਓ ਖੂਨ ਵੀ ਹੁੰਦਾ ਮਾਂ ਦੇ ਪੇਟ ਵਿੱਚ, ਮਲ ਮੂਤਰ ਵੀ ਹੁੰਦਾ ਜਿੱਥੇ ਬੱਚਾ ਬਣਦਾ ਹੈ। ਕਹੋ ਸਤਿਨਾਮ। ਪਰ ਵੇਖੋ ਪਰਮੇਸ਼ਰ ਨੇ ਫਿਰ ਵੀ ਇਹਦੀ ਸੇਫਟੀ ਵਾਸਤੇ ਇਹਦੇ ਆਸੇ-ਪਾਸੇ ਇੱਕ ਪਾਣੀ ਦਾ ਕਵਰ ਕੀਤਾ ਹੁੰਦਾ, ਥੈਲੀ ਕੀਤੀ ਹੁੰਦੀ ਹੈ। ਆਪਣੇ ਜਦੋਂ ਮੱਝ ਬੱਚੇ ਨੂੰ ਜਨਮ ਦਿੰਦੀ ਹੈ ਕਟਰੂ ਨੂੰ, ਤੇ ਕਟਰੂ ਦੇ ਬਾਹਰ ਆਉਂਦਿਆਂ ਹੀ ਇੱਕ ਪਾਣੀ ਦੀ ਥੈਲੀ ਵੀ ਫੁੱਟਦੀ ਹੈ। ਅਸਲ ਦੇ ਵਿੱਚ ਉਹ ਪਾਣੀ ਦੀ ਥੈਲੀ ਪਰਮੇਸ਼ਰ ਨੇ ਬੱਚੇ ਦੇ ਆਸੇ-ਪਾਸੇ ਉਸ ਪੇਟ ਦੀ ਅਗਨੀ ਤੋਂ ਬਚਾਉਣ ਵਾਸਤੇ ਬਣਾਈ ਆ। ਕਹੋ ਸਤਿਨਾਮ। ਆਪਾਂ ਜਦ ਮੱਝ ਗਾਂ ਨੂੰ ਸਵਾਉਣੇ ਆ, ਉਹ ਜਦ ਸੌਂਦੀ ਆ ਉਹਦਾ ਬੱਚਾ ਬਾਹਰ ਆਉਂਦਾ ਤੇ ਇੱਕ ਪਾਣੀ ਦੀ ਥੈਲੀ ਜਿਹੜੀ ਕਿ ਪੇਟ ਦੀ ਗਰਮੈਸ਼ ਤੋਂ ਬੱਚੇ ਨੂੰ ਬਚਾਉਂਦੀ ਹੈ, ਇਹ ਸਿਸਟਮ ਪਰਮੇਸ਼ਰ ਨੇ ਬਣਾਇਆ। ਕਹੋ ਸਤਿਨਾਮ। ਕਹਿਣ ਲੱਗੇ ਫਿਰ ਉੱਥੇ ਕਹਿੰਦੇ ਇਹ ਖੂਨ ਮਿੱਝ ਦੇ ਵਿੱਚ ਪੁਕਾਰਾਂ ਕਰਦਾ ਕਿ ਮੈਨੂੰ ਇੱਥੋਂ ਕੱਢ ਲਾ, ਫਿਰ ਮੈਂ ਤੇਰਾ ਨਾਮ ਜਪੂੰਗਾ। ਕਹੋ ਸਤਿਨਾਮ। ਆਪਾਂ ਸਾਰੇ ਹੋਵਾਂਗੇ ਉਸ ਵੇਲੇ ਤਾਂ ਇਹੋ ਜਿਹੇ, ਪਰ ਬਾਹਰ ਆ ਕੇ ਭੁੱਲ ਗਏ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੇ ਭਾਉ ਦੂਜਾ ਲਾਇਆ। ਕਹੋ ਸਤਿਨਾਮ। ਦਵੈਤ ਵਿੱਚ ਪੈ ਗਿਆ, ਅਸਲੀਅਤ ਨੂੰ ਭੁੱਲ ਗਿਆ, ਉਹ ਦੁੱਖ ਭੁੱਲ ਗਿਆ ਜਿਹੜੇ ਉੱਥੇ ਭੋਗੇ ਸੀ ਮਾਂ ਦੇ ਉਧਰ ਵਿੱਚ। ਉੱਥੇ ਨੂੰ ਗਿਆਨ ਵੀ ਸੀਗਾ ਪਰਮੇਸ਼ਰ ਦਾ, ਉੱਥੇ ਚਾਹੇ ਨਾ ਇਹ ਰਾਮ ਕਹਿੰਦਾ ਸੀ, ਨਾ ਵਾਹਿਗੁਰੂ ਕਹਿੰਦਾ ਸੀ, ਨਾ ਅੱਲਾ ਕਹਿੰਦਾ ਸੀ, ਇਹ ਡਾਇਰੈਕਟ ਉਹਦੇ ਨਾਲ ਜੁੜਿਆ ਹੋਇਆ ਸੀ ਸਿੱਧਾ, ਜਿਵੇਂ ਆਪਾਂ ਇੱਕ ਦੂਜੇ ਦੇ ਸਾਹਮਣੇ ਬੈਠੇ ਹਾਂ। ਕਹੋ ਸਤਿਨਾਮ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਜਿਵੇਂ ਧਰੂ ਨੂੰ, ਜਿਵੇਂ ਪ੍ਰਹਿਲਾਦ ਨੂੰ ਅੱਗ ਦੀ ਚਿਖਾ 'ਚੋਂ ਬਚਾ ਲਿਆ, ਇਹ ਬਾਹਰ ਪ੍ਰਤੱਖ ਹੈ। ਜਿਵੇਂ ਭਾਈ ਬਿਧੀ ਚੰਦ ਜੀ ਭੱਠੇ ਦੇ ਵਿੱਚ ਬੈਠ ਕੇ ਵੀ ਅੱਗ ਦੇ ਵਿੱਚ ਮੱਚੇ ਨਹੀਂ। ਕਹੋ ਸਤਿਨਾਮ। ਜਦੋਂ ਪੱਟੀ ਸ਼ਹਿਰ ਦੇ ਵਿੱਚੋਂ ਰੁਮਾਲੇ ਆਪਣਾ ਜਿਹੜੇ ਦੁਸ਼ਾਲੇ ਸੀਗੇ ਖੋਹੇ ਹੋਏ ਪੱਟੀ ਦੇ ਲੋਕਾਂ ਨੇ, ਉਹ ਲੱਭਣ ਗਏ ਤੇ ਲੱਭ ਗਏ
ਔਰ ਲੱਭ ਕੇ ਤੇ ਉਹਨਾਂ ਦੋਨਾਂ ਦੁਸ਼ਾਲਿਆਂ ਨੂੰ ਆਪਣੇ ਪੇਟ ਦੇ ਹੇਠਾਂ ਕਮਰ ਕਸੇ ਨਾਲ ਬੰਨ੍ਹ ਲਿਆ, ਚੋੜੇ ਦੇ ਹੇਠਾਂ ਪੇਟ ਤੇ ਬੰਨ੍ਹ ਲਏ, ਕਮਰ ਕਸਾ ਬੰਨ੍ਹ ਲਿਆ। ਔਰ ਉਸੇ ਤਰ੍ਹਾਂ ਹੀ ਬਾਹਰ ਨਿਕਲ ਗਏ ਔਰ ਇੱਕ ਮਾਈ ਦੇ ਕੋਲੇ ਆਏ। ਇੰਨੇ ਚਿਰ ਦੇ ਵਿੱਚ ਰੌਲਾ ਪੈ ਗਿਆ ਪਿੰਡ ਵਿੱਚ, ਬਈ ਕੋਈ ਚੋਰ ਡਾਕੂ ਲਟੇਰਾ ਆਇਆ ਸੀਗਾ ਆਪਣੇ ਸੂਬੇਦਾਰ ਸਾਹਿਬ ਦੇ ਘਰੋਂ, ਉਹ ਦੁਸ਼ਾਲੇ ਲੈ ਗਿਆ ਬੁੜੀਆਂ ਦੇ ਕੋਲੋਂ, ਨਾਕੇ ਬੰਦ ਕਰੋ ਕਿਤੇ ਬਾਹਰ ਨਾ ਨਿਕਲ ਜਾਵੇ। ਸਾਰੇ ਪਾਸੇ ਨਾਕੇ ਲੱਗ ਗਏ। ਵਿਧੀ ਚੰਦ ਫਸ ਗਏ ਅੰਦਰ ਪਿੰਡ ਦੇ। ਅਤੇ ਉਹ ਫਿਰ ਭੱਠੀ ਵਾਲੀ ਬੇਬੇ ਨੂੰ ਕਹਿਣ ਲੱਗਿਆ, ਮਾਤਾ ਮੈਂ ਤੇਰੇ ਘਰੇ ਨਾ ਲੁਕਣਾ। ਉਹ ਕਹਿੰਦੀ ਬਾਈ ਕਿੱਥੇ ਲੁਕਿਆ, ਕੌਣ ਹੈ ਤੂੰ? ਕਹਿੰਦਾ ਮੈਂ ਸਿੱਖ ਹਾਂ। ਕਹਿੰਦੀ ਸਿੱਖ ਹਾਂ ਅਤੇ ਫਿਰ ਮੈਂ ਕਿੱਥੇ ਲੁਕਾਵਾਂ, ਇੱਕ ਕਮਰਾ ਮੇਰਾ, ਉੱਥੇ ਤੈਨੂੰ ਲੱਭ ਲੈਣਗੇ। ਤੂੰ ਐਂ ਕਰ ਅੱਗ ਦੇ ਵਿੱਚ ਭੱਠੇ 'ਚ ਬਹਿ ਜਾ। ਕਹੋ ਸਤਨਾਮ, ਇੱਥੇ ਕਿਸੇ ਨੇ ਵੇਖਣਾ ਹੀ ਨਹੀਂਗਾ, ਤੂੰ ਸਿੱਖ ਹਾਂ, ਤੈਨੂੰ ਤੇਰਾ ਗੁਰੂ ਬਚਾਊਗਾ ਆਪੇ। ਕਹੋ ਸਤਨਾਮ। ਉਹਦਾ ਕੰਮ ਕਰਨ ਆਇਆ। ਇੰਨਾ ਭਰੋਸਾ ਸੀ ਉਹਨਾਂ ਸਮਿਆਂ ਵਿੱਚ ਲੋਕਾਂ ਨੂੰ ਗੁਰੂ ਪਾਤਸ਼ਾਹ ਜੀ ਦੇ ਉੱਤੇ। ਅਤੇ ਵਿਧੀ ਚੰਦ ਨੇ ਦੁਬਾਰੇ ਇਹ ਨਹੀਂ ਕਿਹਾ ਹੈ ਅੱਗ 'ਚ। ਕਹਿੰਦਾ ਠੀਕ ਆ ਫਿਰ ਬੱਠਲ ਚੱਕ। ਅਤੇ ਕਹਿੰਦੇ ਭਾਈ ਸਾਹਿਬ ਜੀ ਨੇ ਉਹਨੇ ਬੱਠਲ ਚੱਕੇ, ਉਹ ਵਿੱਚ ਬਹਿ ਗਏ। ਜਿਵੇਂ ਇਤਿਹਾਸ ਕਹਿੰਦਾ ਹੈ ਕਿ ਦਾਣੇ ਵੀ ਮਾਤਾ ਭੁੰਨਦੀ ਰਹੀ, ਭਾਈ ਸਾਹਿਬ ਵਿੱਚ ਬੈਠੇ ਰਹੇ, ਉਹ ਪਿੰਡ ਵਿੱਚੋਂ ਲੱਭਦੇ ਰਹੇ ਵਿਧੀ ਚੰਦ ਨੂੰ, ਅਤੇ ਵਿਧੀ ਚੰਦ ਉੱਥੇ ਬੈਠਾ। ਅਤੇ ਜਦੋਂ ਦਿਨ ਛਿਪ ਗਿਆ ਨਾ ਸਾਰਾ, ਰਾਤ ਪੈ ਗਈ, ਮਾਈ ਨੇ ਭੱਠੀ ਬੰਦ ਕਰਨੀ ਸੀ। ਭਾਈ ਸਾਹਿਬ ਬਾਹਰ ਨਿਕਲੇ, ਕਹਿਣ ਲੱਗੇ ਮਾਤਾ ਐਂ ਕਰ, ਹੁਣ ਤੇਰੇ ਆ ਪੁਰਾਣੇ ਜਿਹੇ ਕੱਪੜੇ ਦੇ ਦੇ। ਪਹਿਲਾਂ ਪਾਇਆ ਸੀ ਬੇਗਮਾਂ ਵਾਲਾ ਬਾਣਾ, ਕਾਲੇ ਰੰਗ ਦਾ ਲੰਮਾ, ਜਿਹੜਾ ਮੂੰਹ ਦੇ ਉੱਤੇ ਵੀ ਬੁਰਕੇ ਵਾਂਗੂ ਆ ਜਾਂਦਾ, ਉਹ ਸਾਰਾ ਲਾਹਿਆ ਅਤੇ ਉੱਥੇ ਹੀ ਗਾਇਬ ਕਰਤਾ ਭੱਠੀ 'ਚ। ਲੇਕਿਨ ਜਦੋਂ ਪਹਿਲਾਂ ਭੱਠੀ 'ਚ ਬੈਠੇ ਸੀ ਉਦੋਂ ਸੇਕ ਨਹੀਂ ਲੱਗਿਆ, ਉਦੋਂ ਕਿਣਕਾ ਵੀ ਅੱਗ ਦਾ ਨਹੀਂ ਲੱਗਿਆ, ਦੁਸ਼ਾਲਿਆਂ ਨੂੰ ਵੀ ਨਹੀਂ ਲੱਗਿਆ। ਕੋਈ ਸਤਨਾਮ। ਪਹਿਲੇ ਕੱਪੜੇ ਨੂੰ ਲੱਗਿਆ, ਮਗਰੋਂ ਕੱਪੜੇ ਬਦਲ ਲਏ, ਉਹ ਮਾਤਾ ਵਾਲੇ ਕੱਪੜੇ ਪਾ ਲਏ। ਅਤੇ ਉਹੀ ਜਿਹੜੀ ਸੋਟੀ ਜੀ ਸੀ ਨਾ ਜਿਹਨਾਂ ਤੁਰਦੇ ਸੀ, ਮਾਤਾ ਅੱਗ ਡਾਉਂਦੀ ਸੀਗੀ, ਕੁੱਡਣ ਜਿਹਨੂੰ ਕਹਿੰਦੇ ਆਪਾਂ, ਉਹ ਕੁੱਡਣ ਫੜ ਲਿਆ। ਉਹ ਕੁੱਡਣ ਨੂੰ ਆਏ ਫੜ ਕੇ ਅਤੇ ਕੋਡੇ ਕੋਡੇ ਦੁਸ਼ਾਲੇ ਥੱਲੇ ਬੰਨੇ ਆ ਕਮੀਜ਼ ਦੇ, ਉੱਤੋਂ ਦੀ ਕਮੀਜ਼ ਪਾ ਲਿਆ ਅਤੇ ਆ ਗਏ। ਟੱਪਣਾ ਸੀਗਾ, ਹੁਣ ਨਾਕੇ 'ਤੇ ਪਹੁੰਚੇ। ਨਾਕੇ ਵਾਲੇ ਕਹਿੰਦੇ ਉਹ ਮਾਈ ਕਿੱਧਰ ਚੱਲੀ ਆ? ਉਹ ਪੁੱਤ ਮੈਨੂੰ ਜਲਾਬ ਲੱਗੇ ਆ, ਮੈਂ ਕਹੀਂ ਤਾਂ ਇੱਥੇ ਬੈਠ ਜਾਵਾਂ। ਉਹ ਗਾਹ ਜਾ ਮਾਈ, ਇੱਥੇ ਅਸੀਂ ਡਿਊਟੀ ਕਰਨੀ ਆ। ਕੋਈ ਸਤਨਾਮ। ਗਾਹ ਤਾਂ ਜਾਣਾ ਸੀਗਾ। ਇੰਨੀ ਗੱਲ ਕਰਕੇ ਵਿਧੀ ਚੰਦ ਨਿਕਲ ਗਿਆ, ਘਰੇ ਪਹੁੰਚ ਗਿਆ, ਪਾਤਸ਼ਾਹ ਕੋਲੇ ਪਹੁੰਚ ਗਿਆ, ਦੁਸ਼ਾਲੇ ਪੇਸ਼ ਕਰਤੇ, ਲਓ ਮਹਾਰਾਜ ਕੱਢ ਲਿਆਂਦੇ। ਇਹ ਚੋਰਾਂ ਦੀਆਂ ਵਿਧੀਆਂ ਭਾਈ ਵਿਧੀ ਚੰਦ ਨੇ ਆਉਂਦੀਆਂ ਸੀਗੀਆਂ, ਕਿਉਂਕਿ ਪਹਿਲਾਂ ਉਹਨਾਂ ਨੇ ਕੰਮ ਕੀਤੇ ਵੀ ਸੀਗੇ, ਪਰ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਇੱਕ ਮਹਾਨ ਸਿੱਖ ਵੀ ਬਣੇ ਆ। ਕੋਈ ਸਤਨਾਮ। ਗੁਰੂ ਦੀ ਕਿਰਪਾ ਉਹਨਾਂ 'ਤੇ ਹੋਈ। ਤਾਂ ਆਪਾਂ ਗੱਲ ਕਰ ਰਹੇ ਸੀਗੇ ਵੀ ਉਸ ਗਰਭ ਦੀ ਅਗਨੀ ਵਿੱਚ ਜਿੱਥੇ ਤੋਂ ਨਾਮ ਜਪ ਕੇ ਬਚਿਆ, ਜਿਵੇਂ ਵਿਧੀ ਚੰਦ ਬਚਿਆ, ਜਿਵੇਂ ਪ੍ਰਹਿਲਾਦ ਬਚਿਆ, ਇਵੇਂ ਤੋਂ ਅੰਦਰ ਵੀ ਉਹ ਨਾਮ ਜਪ ਕੇ ਬਚਿਆ। ਉੱਥੇ ਖੂਨ ਮਿੱਝ ਆਦਿ ਜੋ ਵੀ ਪੇਟ ਵਿੱਚ ਹੁੰਦਾ ਸਾਰੇ ਦੇ ਵਿੱਚ ਇਹ ਬੱਚਾ ਵੀ ਪਲਦਾ। ਬਣੇ ਬ੍ਰਿਧ ਕਾਇਆ ਸਰਬੰਗ, ਜਿੱਥੇ ਸਰੀਰ ਦਾ ਵਾਧਾ ਫੁੱਲਣਾ ਵੀ ਹੁੰਦਾ ਹੈ, ਉੱਥੇ ਤੂੰ ਬੈਠਾ ਸੀ। ਕਸ਼ਟ ਗਰਭ ਕੀ ਗਿਰੀ ਨਾ ਜਾਏ, ਜਿਨ ਕੋ ਸੁਨਰ ਮੰਚ ਹੈ ਆਏ। ਭਾਈ ਸਾਹਿਬ ਜੀ ਕਹਿੰਦੇ ਜੇ ਅਸੀਂ ਉਸ ਮਾਤਾ ਦੇ ਜਨਮ ਦੇਣ ਦੇ ਸਮੇਂ ਨੂੰ ਦੇਖੀਏ ਨਾ, ਤੇ ਸਾਡਾ ਰੋਮ ਰੋਮ ਖੜਾ ਹੋ ਜਾਂਦਾ, ਸਰੀਰ 'ਚ ਕੰਬਣੀ ਛਿੜ ਜਾਂਦੀ ਹੈ। ਮਾਂ ਨੂੰ ਪਤਾ ਹੈ ਕਿ ਉਹ ਬੱਚੇ ਨੂੰ ਕਿਵੇਂ ਜਨਮ ਦਿੰਦੀ ਆ। ਕੋਈ ਸਤਨਾਮ। ਔਰ ਮਨ 'ਚ ਹੁੰਦੇ ਆ ਸਾਡੇ ਰੋਮ ਰੋਮ ਦਾ ਖੜਾ ਹੋ ਜਾਣਾ। ਭਾਈ ਸਾਹਿਬ ਜੀ ਕਹਿੰਦੇ ਇਹ ਗਰਭ ਦੇ ਜਿਹੜੇ ਦੁੱਖ ਹੈ ਨਾ, ਇਹ ਗਿਣੇ ਨਹੀਂ ਜਾਂਦੇ। ਕਬੀਰ ਸਾਹਿਬ ਨੇ ਇਹਨਾਂ ਦੁੱਖਾਂ ਨੂੰ ਸ਼ਲੋਕਾਂ 'ਚ ਲਿਖਿਆ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਕਦੇ ਮਾਂ ਦੀ ਗਰਭ ਦੀ ਅੱਗ ਵਿੱਚ ਮੱਚਣਾ ਤੇ ਕਦੇ ਚਿਖਾ ਦੀ ਅੱਗ 'ਚ ਮੱਚਣਾ। ਭਾਈ ਸਾਹਿਬ ਜੀ ਕਹਿੰਦੇ ਉਹ ਦੁੱਖ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਕਿਤਨੇ ਵੱਡੇ ਹਨ। ਭਗਤ ਵਾਰਾ ਨਿਕਸਦ ਦੁਖ ਪਾਵੈ, ਨੀਕ ਨੀਕ ਵਾਰਿ ਕੋ ਆਵੈ। 9 ਮਹੀਨਿਆਂ ਬਾਅਦ ਜਦ ਬੱਚੇ ਦਾ ਜਨਮ ਹੁੰਦਾ ਹੈ, ਫਿਰ ਮਸਾਂ ਜਨਮ ਹੁੰਦਾ ਹੈ। ਕਈ ਵਾਰੀ ਤਾਂ ਚਲੋ ਅੱਜ ਕੱਲ੍ਹ ਡਾਕਟਰਾਂ ਨੇ ਸਿਸਟਮ ਬਣਾ ਲਿਆ ਵੀ ਚਲੋ ਆਪਰੇਸ਼ਨ ਕਰਕੇ ਚੱਕ ਲਓ ਪੇਟ 'ਚੋਂ ਬੱਚਾ, ਪਰ ਪੁਰਾਣੇ ਸਮਿਆਂ ਦੇ ਮੁਤਾਬਕ ਜਦੋਂ ਕਹਿੰਦੇ ਇਹ ਬੱਚੇ ਦਾ ਜਨਮ ਹੁੰਦਾ ਹੈ ਤੇ ਫਿਰ ਉਹ ਬੱਚੇ ਨੂੰ ਪਤਾ ਹੈ, ਤੇ ਜਾਂ ਫਿਰ ਬੱਚੇ ਦੀ ਮਾਂ ਨੂੰ ਪਤਾ ਹੈ। ਵਾਰ ਤੰਗ ਤਨ ਥੂਲ ਵਡੇਰਾ, ਜਾਂਤੀ ਸਮ ਖੈਂਚੇ ਤਿਸ ਵੀਰਾ। ਜੰਤੀ ਹੁੰਦੀ ਹੈ ਸੁਨਿਆਰ ਕੋਲੇ, ਇੱਕ ਨਾ ਪੱਤਰੀ ਹੁੰਦੀ ਆ, ਉਹਦਾ ਹਥਿਆਰ ਆ ਉਹ ਚੌਰਸ ਪੱਤਰੀ ਹੁੰਦੀ ਹੈ, ਫੁੱਟੇ ਵਾਂਗੂ, ਜਿਵੇਂ ਆ ਮਿੰਤੀ ਵਾਲਾ ਫੁੱਟਾ ਹੁੰਦਾ, ਏਡੀ ਪੱਤਰੀ ਹੁੰਦੀ ਹੈ। ਉਹ 'ਚ ਮੋਰੀਆਂ ਹੁੰਦੀਆਂ ਨੇ, ਪਹਿਲਾਂ ਵੱਡੀ ਮੋਰੀ, ਫਿਰ ਬਰੀਕ ਮੋਰੀ, ਬਰੀਕ ਮੋਰੀ, ਬਰੀਕ ਮੋਰੀ ਆਏ ਨਾ, 100 ਮੋਰੀਆਂ ਹੁੰਦੀਆਂ, 50 ਉੱਤੇ 50 ਥੱਲੇ।
ਤੇ ਇਧਰ ਸਿਰੇ ਤੇ ਸਭ ਤੋਂ ਵੱਡੀ ਤੇ ਅਖੀਰ ਤੇ ਸਭ ਤੋਂ ਬਰੀਕ ਬਾਲ ਵਾਂਗੂ ਬਰੀਕ। ਹੁਣ ਸੁਨਿਆਰੇ ਨੇ ਸੋਨੇ ਦੀ ਤਾਰ ਨੂੰ ਆਪਦੇ ਲੋੜ ਮੁਤਾਬਕ ਪਤਲੀ ਕਰਨਾ ਤੇ ਸੋਨੇ ਦੀ ਤਾਰ ਨੂੰ ਉਹ ਬਣਾ ਕਰਕੇ ਫਿਰ ਪਹਿਲਾਂ ਉਸ ਨੂੰ ਥੋੜੇ ਨਾਲ ਵਧਾਉਂਦਾ ਹੈ, ਥੋੜੇ ਨਾਲ ਕੁੱਟ ਕੇ ਵਧਾ ਕੇ ਫਿਰ ਉਸ ਨੂੰ ਉਹ ਬਰੀਕ ਕਰਨ ਵਾਸਤੇ ਉਹਨਾਂ ਮੋਰੀਆਂ ਵਿੱਚੋਂ ਖਿੱਚਦਾ, ਕਿਉਂਕਿ ਉੱਦਾਂ ਤਾਂ ਤਾਰ ਲੰਮੀ ਹੋ ਨਹੀਂ ਸਕਦੀ ਗੀ, ਥੋੜੇ ਨਾਲ ਇੰਨੀ ਬਰੀਕ ਨਹੀਂ ਹੋ ਸਕਦੀ। ਉਹ ਗੋਲ ਵੀ ਰੱਖਣੀ ਹੈ, ਬਰੀਕ ਵੀ ਕਰਨੀ ਹੈ ਤੇ ਫਿਰ ਉਹ ਜੰਤੀ ਦੇ ਵਿੱਚ ਦੀ, ਉਹਨੂੰ ਜਿੰਦਰੀ ਕਹਿੰਦੇ ਆ, ਇੱਥੇ ਜੰਤੀ ਲਿਖਿਆ ਭਾਈ ਸਾਹਿਬ ਨੇ, ਉਹ ਜਿੰਦਰੀ ਦੇ ਵਿੱਚ ਦੀ ਫਿਰ ਉਹਨਾਂ ਤਾਰਾਂ ਨੂੰ ਖਿੱਚਦਾ ਜਿਵੇਂ ਸੁਨਿਆਰਾ। ਇਸੇ ਤਰ੍ਹਾਂ ਉਹ ਬੱਚੇ ਨੂੰ ਪੀੜ ਹੁੰਦੀ ਆ ਜਦੋਂ ਜਨਮ ਹੁੰਦਾ ਜੀ। ਆਪ ਦੁਖੀ ਜਨਨੀ ਦੁਖ ਦੇਤਾ, ਨਿਕਸਤ ਗਿਰਤਾ ਹੋਤ ਅਚੇਤ। ਮਾਂ ਨੂੰ ਵੀ ਦੁੱਖ ਦਿੰਦਾ ਤੇ ਬੱਚਾ ਖੁਦ ਵੀ ਦੁੱਖ ਭੋਗਦਾ ਹੈ ਤੇ ਇਸ ਤਰ੍ਹਾਂ ਅਖੀਰ ਉਸ ਦਾ ਜਨਮ ਹੋ ਜਾਂਦਾ ਹੈ ਤੇ ਉਸ ਵੇਲੇ ਇਸ ਨੂੰ ਹੋਸ਼ ਵੀ ਨਹੀਂ ਹੁੰਦੇ। ਸਦਾ ਫਿਰਨ ਤੇ ਪਰੇ ਸੁਖੀਰਾ, ਤਿਮ ਬਾਹਰ ਪਾ ਬਹੁ ਦੁਖ ਪੀਰਾ। ਤੇ ਫਿਰ ਕਹਿੰਦੇ ਜਦੋਂ ਇਹ ਜਨਮ ਲਾਉਂਦਾ ਦੁੱਖ ਭੋਗਤਾ ਹੋਇਆ ਬਾਹਰ ਨਿਕਲਦਾ ਹੈ, ਜਿਵੇਂ ਸਾਡੇ ਜ਼ਖਮ ਦੇ ਵਿੱਚ ਕੀੜੇ ਦੁਖੀ ਹੁੰਦੇ ਆ ਨਾ, ਇਦਾਂ ਦੁਖੀ ਹੁੰਦਾ ਫਿਰ। ਤਕ ਸਮੇ ਹੈ ਚੇਤਨ ਹੋਏ, ਸੁਧ ਕੋ ਪਾਏ ਉਠਤ ਹੈ ਰੋਏ। ਫਿਰ ਡਾਕਟਰ ਲੋਕ, ਅੱਜ ਕੱਲ੍ਹ ਡਾਕਟਰ ਹੈ, ਪਹਿਲਾਂ ਨਰਸਾਂ ਦਾਈਆਂ ਹੁੰਦੀਆਂ ਸਨ, ਫਿਰ ਉਹ ਬੱਚੇ ਨੂੰ ਸੰਭਾਲਦੇ ਆ, ਨਭਾਉਂਦੇ ਧਵਾਉਂਦੇ ਆ, ਉਹਦੇ ਢੂਈ ਤੇ ਮੋਰਾਂ ਤੇ ਹੱਥ ਮਾਰ ਕੇ ਉਹਨੂੰ ਹੋਸ਼ ਵਿੱਚ ਲਿਆਉਂਦੇ ਆ। ਹੋਸ਼ ਵਿੱਚ ਆਉਣ ਤੋਂ ਬਾਅਦ ਫਿਰ ਉਹ ਬੱਚਾ ਰੋਂਦਾ ਹੈ। ਬਾਲ ਅਵਸਥਾ ਮੇ ਦੁਖ ਕਣੇ, ਰਾਮ ਰੱਖ ਕੇ ਸਭ ਗਣੇ। ਇਹ ਤਾਂ ਸਾਰਿਆਂ ਨਾਲ ਹੀ ਹੁੰਦੀ ਹੈ, ਆਪਣੇ ਸਾਡੇ ਨਾਲ ਹੋਈ ਹੈ। ਬਚਪਨ ਵਿੱਚ ਸਾਨੂੰ ਮਾਂ ਪਿਓ ਕਿੰਨਾ ਕੁੱਟਦਾ ਹੈ, ਬਿੰਦ ਬਿੰਦ ਤੇ ਆਪਾਂ ਰੋ ਕੇ ਚੁੱਪ ਕਰ ਜਾਂਦੇ ਹਾਂ। ਮਾਂ ਪਿਓ ਕੁੱਟਦਾ, ਚਾਹੇ ਸਾਨੂੰ ਸਿੱਧੇ ਰਸਤੇ ਪਾਉਣ ਵਾਸਤੇ ਕੁੱਟਦਾ ਨਾ, ਪਰ ਜਵਾਕ ਨਾਲ ਹੁੰਦੀ ਤਾਂ ਬੜੀ ਭੈੜੀ ਹੈ ਬਚਪਨ ਵਿੱਚ। ਇਸ ਕਰਕੇ ਕਹਿੰਦੇ ਫਿਰ ਬਚਪਨ ਦੇ ਦੁੱਖ ਆ ਜਿਹੜੇ, ਇਹ ਵੀ ਤੁਹਾਨੂੰ ਪਤਾ ਹੈ। ਛੋਟੇ ਵੱਡੇ ਰਾਵ ਰੰਕ, ਵੱਡੇ ਛੋਟੇ ਸਾਰਿਆਂ ਦੇ ਘਰੇ ਬੱਚੇ ਜਨਮ ਲੈਂਦੇ ਹੋਣਗੇ। ਜਦੋਂ ਬੱਚਾ ਗਲਤੀ ਕਰਦਾ ਤੇ ਮਾਂ ਕੁੱਟ ਦਿੰਦੀ ਹੈ, ਕਈ ਵਾਰੀ ਨਹੀਂ ਚੱਲੇ ਜਾਂਦਾ, ਵਿਚਾਰੀ ਦੁਖੀ ਹੁੰਦੀ, ਕਿਸੇ ਮੂਡ ਖਰਾਬ ਹੁੰਦਾ। ਤੂੰ ਇਸ ਤਰ੍ਹਾਂ ਬਚਪਨ ਦੇ ਫਿਰ ਜਿਹੜੇ ਦੁੱਖ ਹੈ ਬੱਚੇ ਦੇ, ਫਿਰ ਉਹ ਵੀ ਤੁਹਾਨੂੰ ਪਤਾ ਕਿੰਨੇ ਹੁੰਦੇ ਆ। ਸਾਗਰੇ ਗਰਭ ਵਿਖੇ ਪਰਿਆਵੈ, ਬਾਲ ਮੋੜ ਰੋਤਨ ਤਪਤਾਵੈ। ਤੋ ਆਪਾਂ ਸਾਰੇ ਹੀ ਜਨਮ ਲਿਆ, ਗਰਭ ਚੋਂ ਆਏ ਆ, ਸਾਰਿਆਂ ਨੂੰ ਹੀ ਪਤਾ ਹੈ। ਤੇ ਜਦੋਂ ਬਚਪਨ ਵਿੱਚ ਸੀਗੇ ਫਿਰ ਵੀ ਅਸੀਂ ਮਾਂ ਨੂੰ ਗਿੱਲਾ ਸੁੱਕਾ ਕਰਤਾ। ਚਲੋ ਧੰਨ ਹੈ ਮਾਂ, ਧੰਨ ਹੈ ਮਾਂ ਜਿਹੜੀ ਆਪਾਂ ਨੂੰ ਜਨਮ ਦੇਣ ਤੋਂ ਬਾਅਦ ਫਿਰ ਰਾਤ ਨੂੰ ਬੱਚਾ ਬਿਸਤਰਾ ਗਿੱਲਾ ਕਰ ਦਿੰਦਾ, ਮਾਂ ਫਿਰ ਵੀ ਚੱਕ ਕੇ ਉਹਨੂੰ ਸੁੱਕੇ ਪਾਸੇ ਪਾ ਕੇ ਆਪ ਗਿੱਲੇ 'ਚ ਪੈ ਜਾਂਦੀ ਹੈ, ਦੂਜਾ ਪਾਸਾ ਵੀ ਗਿੱਲਾ ਕਰ ਦਿੰਦਾ, ਫਿਰ ਮਾਂ ਪੇਟ 'ਤੇ ਪਾ ਲੈਂਦੀ ਆ। ਧੰਨ ਹੈ ਮਾਂ, ਜਨਨੀ ਜਣੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੇ ਨੂਰ। ਇਸ ਕਰਕੇ ਬੱਚਿਆਂ ਨੂੰ ਜਨਮ ਹੀ ਦੇਣਾ ਹੈ। ਤਾਂ ਫਿਰ ਬੱਚੇ ਦੇ ਜਨਮ ਤੋਂ ਪਹਿਲਾਂ ਜਿਹੜੇ 9 ਮਹੀਨੇ ਤੁਹਾਡੇ ਕੋਲ ਹੈ ਨਾ, ਪਹਿਲੇ ਲਗਭਗ 2 ਮਹੀਨਿਆਂ ਤੋਂ ਸ਼ੁਰੂ ਹੋ ਕੇ 9ਵੇਂ ਮਹੀਨੇ ਤੱਕ, ਇਹ 6-7 ਮਹੀਨਿਆਂ ਦੇ ਵਿੱਚ ਨਾ ਤੁਸੀਂ ਚੰਗੇ ਖਿਆਲ ਬਣਾਓ, ਬਾਣੀ ਪੜ੍ਹੋ, ਜਪਜੀ ਪੜ੍ਹੋ, ਸੁਖਮਨੀ ਸਾਹਿਬ ਪੜ੍ਹੋ, ਚੰਗੇ ਖਿਆਲ ਰੱਖੋ, ਚੰਗੀ ਫੋਟੋ ਦੇਖੋ। ਕਈ ਵਾਰੀ ਕਈ ਲੋਕਾਂ ਦਾ ਖਿਆਲ ਹੈ, ਆਪਾਂ ਦੇਖਦੇ ਹਾਂ ਜਿਸ ਕਮਰੇ ਵਿੱਚ ਬੱਚਾ ਹੋਣ ਵਾਲੀ ਮਾਤਾ ਰਹਿੰਦੀ ਹੈ, ਉਸ ਕਮਰੇ ਵਿੱਚ ਛੋਟੇ ਬੱਚੇ ਦਾ, ਮੁੰਡੇ ਦੇ ਫੋਟੋ ਲਾਈ ਜਾਂਦੀ ਹੈ ਵੀ ਮੁੰਡਾ ਹੋਵੇ ਸਾਡੇ। ਇਹ ਕਿਉਂ ਲਾਈ ਜਾਂਦੀ ਹੈ? ਫਿਰ ਫੋਟੋ ਨੇ ਥੋੜ੍ਹੇ ਮੁੰਡਾ ਬਣਾਉਣਾ। ਮਤਲਬ ਫੋਟੋ ਨੂੰ ਦੇਖ ਕੇ ਮਾਂ ਦੇ ਦਿਮਾਗ ਦੇ ਵਿੱਚ ਨਾ ਕੁਝ ਸੁਰਤੀਆਂ ਬਿਰਤੀਆਂ ਚੱਲਦੀਆਂ, ਇਹ ਉਹ ਚੀਜ਼ ਦਾ ਅਸਰ ਹੁੰਦਾ। ਇਸ ਕਰਕੇ ਚੀਜ਼ਾਂ ਪੁਰਾਣੇ ਸਮਿਆਂ ਤੋਂ ਚੱਲਦੀਆਂ ਆ ਰਹੀਆਂ। ਤਾਂ ਮੈਂ ਅੱਜ ਕਹਿਣਾ ਕਿ ਕਿਉਂ ਨਾ ਫਿਰ ਆਪਾਂ ਬਾਬਾ ਦੀਪ ਸਿੰਘ ਵਾਲੇ ਯੋਧਿਆਂ ਦੀਆਂ ਫੋਟੋਆਂ ਲਾਈਏ, ਬਾਬਾ ਬਿਧੀ ਸੰਧ ਵਰਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ, ਬਾਬਾ ਨਾਨਕ ਦੇ ਦਰਸ਼ਨ ਕਰੀਏ ਅੰਮ੍ਰਿਤ ਵੇਲੇ ਉੱਠ ਕੇ। ਹਰ ਵੇਲੇ ਜਿੱਥੋਂ ਸਾਡੀ ਨਿਗਾਹ ਉਹਨਾਂ 'ਤੇ ਪਵੇ ਤੇ ਤੁਹਾਡੀ ਨਿਗਾਹ ਦੇ ਰਾਹੀਂ ਉਸ ਬੱਚੇ 'ਤੇ ਅਸਰ ਹੋ ਜਾਣਾ। ਕੋਈ ਸਤਿ ਤੁਹਾਡੀ ਨਿਗਾਹ ਕੈਮਰਾ ਹੈ, ਇਹ ਕੈਮਰਾ ਜਿਹੋ ਜੀ ਬਾਹਰੋਂ ਫੋਟੋ ਖਿੱਚਦਾ ਅੰਦਰ ਉਹੋ ਜੀ ਬਣਾ ਸਕਦਾ ਹੈ। ਹੁਣ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਬੱਚੇ ਕਿਹੋ ਜਿਹੇ ਜਨਮ ਦੇਣਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਆਪਾਂ ਸਾਰੇ ਗਰਭ 'ਚੋਂ ਲੰਘ ਕੇ ਆਏ ਹਾਂ। ਬਚਪਨ ਵਿੱਚ ਕਿੰਨੇ ਦੁੱਖ ਹੁੰਦੇ ਆ ਬੱਚੇ ਨੂੰ। ਕਸ਼ਟ ਹੋਤ ਨੇ ਜਾਤ ਬਤਾਇਓ, ਸਦਾ ਅਸੁਚ ਡਹਿਕਤ ਡਰ ਪਾਇਓ। ਔਰ ਬਚਪਨ ਵਿੱਚ ਤਾਂ ਬੰਦਾ ਬੋਲ ਕੇ ਬੱਚਾ ਦੱਸ ਵੀ ਨਹੀਂ ਸਕਦਾ ਕਿ ਮੈਨੂੰ ਦੁੱਖ ਕੀ ਆ। ਇਹ ਤਾਂ ਸਿਆਣੇ ਮਾਂ ਪਿਓ ਓੜ ਪੋੜ ਕਰਦੇ ਆ ਵੀ ਹੁਣੇ ਤਾਂ ਇਹਨੂੰ ਖਵਾਇਆ ਪਿਆਇਆ ਤੇ ਹੁਣ ਕਿਉਂ ਰੋਂਦਾ। ਢਿੱਡ ਨਾ ਦੁਖਦਾ ਹੋਵੇ, ਕੋਈ ਜਨਮ ਗੁੱਟੀ ਦੇ ਦੇਵੇ ਇਹਨੂੰ, ਕੋਈ ਦਵਾਈ ਪਿਆਓ ਭਾਈ, ਪਾਣੀ ਪਿਆਓ।
ਸੌਂਫ ਦਾ ਪਾਣੀ ਪਿਓ, ਜਮੈਨ ਦਾ ਪਾਣੀ ਪਿਓ, ਇਹ ਤਾਂ ਮਾਂ ਪਿਓ ਨੂੰ ਪਤਾ ਹੈ ਨਾ, ਲੇਕਿਨ ਬੱਚਾ ਤਾਂ ਰੋ ਹੀ ਸਕਦਾ। ਇਸ ਕਰਕੇ ਕਸ਼ਟ ਹੋਤ ਨੇ ਜਾਤ ਬਤਾਇਓ, ਬਚਪਨ ਦੇ ਦੁੱਖ ਦੱਸੇ ਨਹੀਂ ਜਾ ਸਕਦੇ। ਫਿਰ ਸਦਾ ਅਸ਼ੁੱਚ ਗੰਦਾ ਰਹਿੰਦਾ ਬਚਪਨ ਦੇ ਵਿੱਚ। ਡਹਿਕਤ ਡਰ ਪਾਇਓ, ਡਰਦਾ ਰਹਿੰਦਾ, ਮਾਂ ਪਿਓ ਝੜਕਦੇ ਆ, ਡਰਦਾ ਵੀ ਰਹਿੰਦਾ, ਕੁਛ ਕਰ ਨਹੀਂ ਸਕਦਾ। ਰਹੇ ਅਸ਼ਕਤ ਕਿਰਿਆ ਨ ਹੋਏ, ਜਾਚੀ ਚੰਦ ਕਹਾਂ ਦੇ ਕੋਏ। ਔਰ ਸ਼ਕਤੀ ਹੁੰਦੀ ਨਹੀਂ ਬਚਪਨ ਵਿੱਚ, ਤੇ ਜਿੱਦ ਕਰਦਾ ਮੈਨੂੰ ਉਹ ਚੰਦਰਮਾ ਲਾ ਕੇ ਦਿਓ। ਕੋ ਸਤਨਾਮ। ਹੁਣ ਕਿੱਥੇ ਜਵਾਕ ਨੂੰ ਚੰਦਰਮਾ ਦਈਏ। ਇੱਕ ਵਾਰੀ ਬੀਰਬਲ ਨੂੰ ਅਕਬਰ ਕਹਿੰਦਾ ਓਏ ਤੂੰ ਲੇਟ ਹੋ ਗਿਆ, ਸਭਾ ਦਾ ਟਾਈਮ 2 ਘੰਟੇ ਲੇਟ ਹੋ ਗਿਆ। ਕਹਿੰਦੇ ਰਾਜਾ ਸਾਹਿਬ ਬਸ ਪੁੱਛੋ ਹੀ ਨਾ, ਜਵਾਕ ਬੜੇ ਜਿੱਦੀ ਹੁੰਦੇ ਆ। ਕਹਿੰਦੇ ਰੱਖੀ ਮਤਲਬ ਝਿੜਕ ਤੇ ਆ ਜਾਂਦਾ ਤੂੰ। ਕਹਿੰਦੇ ਮਹਾਰਾਜ ਬਸ ਝਿੜਕੀ, ਮੈਂ ਬਹੁਤ ਝਿੜਕਿਆ, ਸਮਝਾਇਆ ਨਹੀਂ ਮੰਨਿਆ, ਬਸ ਜਿੱਦ ਪੈ ਗਿਆ। ਕਹਿੰਦੇ ਇਹੋ ਜਿਹੀ ਕਿਹੋ ਜਿਹੀ ਜਵਾਕਾਂ ਦੀ ਕਹਿੰਦੇ ਦੱਸ ਦਿਆਂਗੇ। ਇੱਕ ਦਿਨ ਜਦੋਂ ਰਾਜਾ ਭੁੱਲ ਭੁਲਾ ਗਿਆ ਨਾ, ਤੇ ਬੀਰਬਲ ਘਰੋਂ ਚੱਕੀ ਆਉਂਦਾ, ਇੱਕ ਕੁੱਜੀ ਐਡੀ, ਤੇ ਕੁੱਜੀ ਲਿਆ ਕੇ ਸਾਹਮਣੇ ਰੱਖਤੀ। ਕਹਿੰਦੇ ਕੀ ਆ? ਕਹਿੰਦੇ ਜੀ ਕੁੱਜੀ ਆ। ਕਹਿੰਦੇ ਅੱਛਾ। ਤੇ ਉਧਰੋਂ ਮੁਹਾਵਤ ਤੋਂ ਹਾਥੀ ਸਦਾ ਲਿਆ। ਕਹਿੰਦੇ ਹਾਥੀ ਲੈ ਕੇ ਆ। ਉਹ ਹਾਥੀ ਮੰਗਾ ਲਿਆ। ਕਹਿੰਦੇ ਹੁਣ ਕੀ ਕਰਨਾ ਹੈ? ਕਹਿੰਦੇ ਜੀ ਆਹ ਹਾਥੀ ਕੁੱਜੀ 'ਚ ਪਾਉਣਾ। ਕੋ ਸਤਨਾਮ। ਉਹ ਰਾਜਾ ਕਹਿੰਦਾ ਤੂੰ ਮੂਰਖ ਹੋਇਆ, ਕੁੱਜੀ 'ਚ ਹਾਥੀ ਕਿਵੇਂ ਪੈ ਜਾਊਗਾ? ਕਹਿੰਦਾ ਮੈਨੂੰ ਨਹੀਂ ਪਤਾ, ਪਾ ਕੇ ਦੇ ਜਿਵੇਂ ਪੈਂਦਾ, ਮੈਂ ਤਾਂ ਇਹਦੇ ਵਿੱਚ ਪਾਉਣਾ ਇਹ। ਉਹ ਕਹਿੰਦਾ ਨਹੀਂ ਪੈਂਦਾ। ਕਹਿੰਦੇ ਇਹੀ ਜਵਾਕਾਂ ਦੀ ਜਿੱਦ ਹੈ। ਕੋ ਸਤ। ਬਚਪਨ ਵਿੱਚ ਬੱਚਾ ਜੋ ਮੰਗਦਾ ਕਈ ਵਾਰੀ ਅਸੀਂ ਦੇ ਨਹੀਂ ਸਕਦੇ, ਜਾਂ ਦੇਣਾ ਨਹੀਂ ਹੁੰਦਾ, ਜਾਂ ਸਾਡੀ ਵੀ ਪਹੁੰਚ ਨਹੀਂ ਹੁੰਦੀ। ਫਿਰ ਜਵਾਕ ਨੂੰ ਝਿੜਕਦੇ ਹਾਂ। ਉਹ ਤਾਂ ਕਹਿੰਦਾ ਮੈਨੂੰ ਉਹ ਚੰਦ ਲਾ ਕੇ ਦਿਓ। ਹੁਣ ਕੌਣ ਚੰਦ ਲਾ ਕੇ ਦੇਵੇ ਇਹਨੂੰ? ਇਤੇ ਆਦਿਕ ਸੰਕਟ ਗਨ ਪਾਏ, ਪਿਓ ਤਰਨ ਤਰਨੀ ਚਿਤ ਲਾਏ। ਬਚਪਨ ਦੇ ਸੰਕਟਾਂ ਚੋਂ ਨਿਕਲ ਕੇ ਜਵਾਨੀ 'ਚ ਆਇਆ। ਜਵਾਨੀ 'ਚ ਆਇਆ ਤੇ ਵਿਆਹ ਹੋ ਗਿਆ, ਤੇ ਹੁਣ ਜਵਾਨੀ ਦੇ ਵਿੱਚ ਮਸਤ ਹੋ ਗਿਆ, ਰੱਬ ਨੂੰ ਭੁੱਲ ਗਿਆ। ਬਚਪਨ ਵਿੱਚ ਅਕਲ ਨਹੀਂ ਸੀ, ਜਵਾਨੀ ਵਿੱਚ ਇੱਧਰ ਮਸਤ ਹੋ ਗਿਆ। ਅਗਲੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੁਕਦੇ ਹਾਂ। ਬੋਲਦਿਆਂ ਅਨੇਕਾਂ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਪੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ, ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੇ ਸੰਤ ਹੈ ਕੈ ਸਦਾ ਸੰਗ, ਹੇ ਠਾਕੁਰ ਹਉ ਦਾਸ ਰੋ, ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ, ਆਏ ਪ੍ਰਭ ਸਰਨਾਗਤੀ। ਨਿਤ ਦਿਆਲ ਏਕ ਅੱਖਰ ਹਰ ਮਨ ਬਸਤ, ਏਕ ਓੰਕਾਰ ਸਤਿਗੁਰੂ। ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ। ਗੁਰੂ ਜੀ